ਤਪਦਿਆਂ ਤਾਈਂ ਜੋ ਠਾਰ ਦੇਵੇ, ਕੱਟੇ ਦੁੱਧ ਪਿਆਰੇ ਦੇ ਕੋਦਰੇ ਚੋਂ, ਕੱਢ ਪੂੜਿਆਂ ਚੋਂ ਲਹੂ ਦੀ ਧਾਰ ਦੇਵੇ। ਪੰਜਾਲਾ ਪਹਾੜ ਨੂੰ ਰੋਕ ਦੇਵੇ, ਪੰਜਾਲਾ ਪਹਾੜ ਨੂੰ ਰੋਕ ਦੇਵੇ, ਤੋੜ ਵਲੀ ਦੇ ਦਿਲੋਂ ਹੰਕਾਰ ਦੇਵੇ। ਓ ਮੌਜੀ ਦੀਦ ਨੂੰ ਨੈਣ ਦਾ ਤਰਸਦੇ ਨੇ, ਕਿਧਰੇ ਫੇਰਿਓ ਮੋੜ ਬਹਾਰ ਦੇਵੇ। ਸੌਰਭ ਦੀ ਤੂੰ ਰੱਬੀ ਅਵਤਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ। ਅੱਖੀਆਂ ਚ ਮਸਤੀ ਜਿਹਦੇ ਵੱਲ ਤੂੰ ਟਿਕਾਇਆ, ਤੇਰਾ ਹੋ ਕੇ ਮਾਰਦੀ, ਤੇਰੇ ਹੱਥਾਂ ਵਿੱਚ ਹਸਤੀ ਅੱਖੀਆਂ ਚ ਮਸਤੀ, ਜਿਹਦੇ ਵੱਲ ਤੂੰ ਟਿਕਾਇਆ, ਤੇਰਾ ਹੋ ਕੇ ਮਾਰਦੀ, ਤੇਰੇ ਨੈਣਾਂ ਵਿੱਚ ਪਿਆਰ, ਤੇਰੇ ਨੈਣਾਂ ਵਿੱਚ ਪਿਆਰ ਦੀ ਬਹਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ। ਅੱਖੀਆਂ ਦੇ ਵਿੱਚ ਤੈਨੂੰ ਮੈਂ ਵਸਾ ਲਵਾਂ, ਧੋਕੇ ਪਲਕਾਂ ਦੇ ਬੂਹੇ ਬਾਹਰੋਂ ਤਾਲਾ ਲਾ ਲਵਾਂ। ਆ ਜਾ ਅੱਖੀਆਂ ਦੇ ਵਿੱਚ ਤੈਨੂੰ ਮੈਂ ਵਸਾ ਲਵਾਂ, ਧੋਕੇ ਪਲਕਾਂ ਦੇ ਬੂਹੇ ਬਾਹਰੋਂ ਤਾਲਾ ਲਾ ਲਵਾਂ। ਬਸ ਅੱਖੀਆਂ ਚ ਬਰਸ, ਬਸ ਅੱਖੀਆਂ ਚ ਬਰਸ ਕਈ ਹਜ਼ਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ, ਤੇਰੇ ਵਿੱਚੋਂ ਹੁੰਦਾ ਰੱਬ।
ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ। ਵਾਹਿਗੁਰੂ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਜੇ ਕਲਯੁਗ ਦੇ ਵਿੱਚ ਕਿਸੇ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਤਾਂ ਉਹ ਹੈ ਕੀਰਤਨ। ਜਿਸ ਕੀਰਤਨ ਨੂੰ ਤੁਸਾਂ ਨੇ ਸਰਵਣ ਕੀਤਾ ਹੈ, ਕਥਾ ਸਰਵਣ ਕੀਤੀ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਗੁਰੂ ਨਾਨਕ ਦੇ ਦਰਬਾਰ ਤੋਂ ਆਪਣੇ ਵੱਡ ਵਡੇਰਿਆਂ ਦੇ ਕਰਨੀ ਨਾਮੇ ਨੂੰ ਆਪਣੀ ਯਾਦ ਦੀ ਪੱਟੀ ਤੇ ਦੁਹਰਾਉਣ ਲਈ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤਿਕਾਰਯੋਗ ਖਾਲਸਾ ਜੀ। ਮਨ ਨਿਹਾਇਤ ਪ੍ਰਸੰਨ ਹੈ। 3 ਰੋਜ਼ਾ ਕੀਰਤਨ ਕਥਾ ਦਰਬਾਰ ਦੇ ਵਿੱਚ ਆਪ ਜੀ ਹਾਜ਼ਰੀ ਭਰਨ ਲਈ ਦੂਰ ਦਰੇਡੇ ਤੋਂ ਚੱਲ ਕੇ ਪ੍ਰਬੰਧਕ ਜਨਾਂ ਦੀ ਬੇਨਤੀ ਮੰਨ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਗੁਰੂ ਦਰਬਾਰ ਵਿੱਚ ਜੁੜ ਬੈਠੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਨੇ ਪਾਰ ਬਖਸ਼ਿਸ਼ ਕੀਤੀ ਹੈ। ਇਨਸਾਨ ਨੂੰ 84 ਲੱਖ ਜੂਨ ਤੋਂ ਉੱਤਮ ਬਣਾਇਆ ਤੇ ਜਿਹੜਾ ਇਨਸਾਨ ਇਸ 84 ਲੱਖ ਜੂਨ ਤੋਂ ਬਾਅਦ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਲੈਣ ਲਈ ਤੁਸੀਂ ਜੁੜ ਬੈਠੇ ਹੋ। ਤੁਹਾਡੇ ਦਰਸ਼ਨ ਦਿਦਾਰਿਆਂ ਦੀ ਖੁਸ਼ੀ ਅੰਦਰ ਫਤਿਹ ਅਰਜ਼ ਕਰਦਾ ਹਾਂ। ਉਮੀਦ ਕਰਦਾ ਹਾਂ ਯੋਗ ਜਵਾਬ ਦੇ ਕੇ ਧੰਨਵਾਦੀ ਬਣਾਓਗੇ। ਜਿੱਥੋਂ ਤੱਕ ਵੀ ਦਾਸ ਦੀ ਆਵਾਜ਼ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਅਤੇ ਸਤਿਕਾਰ ਨਾਲ ਸੀਸ ਝੁਕਾ ਕੇ ਦੋਨੋਂ ਹੱਥ ਜੋੜ ਕੇ ਇੱਕ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਸ਼ਹੀਦ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ, ਮੈਂ ਭਾਗਾਂ ਵਾਲਾ ਹਾਂ ਕਿ ਮੇਰਾ ਜਨਮ ਉਸ ਨਗਰ ਦੇ ਵਿੱਚ ਹੋਇਆ ਜਿਸ ਨਗਰ ਦੇ ਵਿੱਚੋਂ ਇੱਕ ਐਸਾ ਦੀਪ ਜਗਿਆ ਜੋ ਰਹਿੰਦੀ ਦੁਨੀਆ ਤੱਕ, ਰਹਿੰਦੇ ਚੰਦ ਸੂਰਜਾਂ ਤੱਕ ਆਪਣੀ ਲੋ ਹਮੇਸ਼ਾ ਬਖੇਰਦਾ ਰਹੇਗਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਨਜ਼ਦੀਕੀ ਬਣੇ ਤੇ ਬਾਣੀ ਨੂੰ ਇੰਨਾ ਘਿਰਦੇ ਵਿੱਚ ਵਸਾਲਿਆ। ਬਾਣੀ ਆਖਦੀ ਆ ਗੁਰਮੁਖ ਰੋਮ ਰੋਮ ਹਰ ਧਿਆਵੈ। ਰੋਮ ਰੋਮ ਦੇ ਵਿੱਚ ਬਾਣੀ ਜਿਸ ਦੇ ਵਸੀ ਸੀ ਉਸ ਮਰਦ ਦੇ, ਫਿਰ ਭਾਵੇਂ ਸਿਰ ਵੀ ਧੜ ਨਾਲੋਂ ਅਲੱਗ ਹੋ ਗਿਆ, ਭਾਵੇਂ ਖੱਬੇ ਹੱਥ ਤੇ ਸੀਸ ਰੱਖ ਕੇ ਸੱਜੇ ਹੱਥ ਨਾਲ ਦੁਤਾਰਾ ਖੰਡਾ ਵੀ ਵਾਇਆ, ਪਰ ਦੁਸ਼ਮਣ ਦੇ ਝੰਡੇ ਪੁੱਟ ਕੇ ਫਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕੀਤਾ। ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਤੁਸੀਂ ਹਰ ਸਾਲ ਜੁੜਦੇ ਹੋ। ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ। ਮੇਰੇ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ, ਸਭ ਸੰਗਤਾਂ ਦਾ ਜਿਨ੍ਹਾਂ ਨੇ ਹੁਕਮ ਸਾਡੇ ਤੱਕ ਇੱਕ ਮੋਬਾਈਲ ਦੇ ਜ਼ਰੀਏ ਪਹੁੰਚਾਇਆ। 11 ਤਰੀਕ ਦੀ ਰਾਤ ਨੂੰ ਤੁਹਾਡੇ ਦਰਸ਼ਨਦਾਰੇ ਕੀਤੇ ਸੀ ਔਰ ਦੁਬਾਰਾ ਹੁਕਮ ਆਇਆ ਕਿ ਸੰਗਤ ਦੇ ਦਰਸ਼ਨਦਾਰੇ ਕਰਨੇ ਨੇ। ਔਰ ਮੈਨੂੰ ਇੱਕ ਹੋਰ ਬੜੀ ਖੁਸ਼ੀ ਹੋਈ, ਜਿਸ ਦਿਨ ਉਹਨਾਂ ਇਸ ਪ੍ਰੋਗਰਾਮ ਬਾਰੇ ਹੁਕਮ ਕੀਤਾ ਤੇ ਮੈਨੂੰ ਇਹ ਵੀ ਹੁਕਮ ਲਾ ਦਿੱਤਾ ਕਿ ਪ੍ਰਸੰਗ ਤੁਸਾਂ ਨੇ ਉਹ ਸਾਂਝਾ ਕਰਨਾ ਜਿਹੜਾ ਘਰਿਆਲੇ ਦੀ ਧਰਤੀ ਦੇ ਇੱਕ ਸਤਿਕਾਰਯੋਗ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਨੇ ਇੱਕ ਇਨਾਮੀ ਢਾਡੀ ਦਰਬਾਰ ਕਰਵਾਇਆ ਸੀ। ਉਹਦੇ ਵਿੱਚ ਸੰਗਤਾਂ ਨਾਲ ਇੱਕ ਪ੍ਰਸੰਗ ਸਾਂਝਾ ਕੀਤਾ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚੋਂ। ਤੋਂ ਮੈਨੂੰ ਉਹਨਾਂ ਨੇ ਉਚੇਚਾ ਹੁਕਮ ਲਾ ਦਿੱਤਾ ਕਿ ਤੁਸਾਂ ਉਹੀ ਪ੍ਰਸੰਗ ਸੰਗਤਾਂ ਨਾਲ ਸਾਂਝਾ ਕਰਨਾ ਹੈ। ਉੱਥੇ ਉਹ ਪ੍ਰਸੰਗ ਬੋਲਣ ਦੇ ਕਾਰਨ ਗੁਰੂ ਨੇ ਕਿਰਪਾ ਕੀਤੀ, ਸੰਗਤ ਦੀ ਰਹਿਮਤ ਹੋਈ ਕਿ ਉਸ ਨਾਮੀ ਢਾਡੀ ਦਰਬਾਰ ਵਿੱਚੋਂ 51,000 ਦਾ ਵਿਸ਼ੇਸ਼ ਸਨਮਾਨ ਦਾਸਰਿਆਂ ਦੀ ਝੋਲੀ ਵਿੱਚ ਪਿਆ। ਮੈਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਕੋਈ ਬਾਤ ਤੁਹਾਡੇ ਸਾਹਮਣੇ ਰੱਖ ਸਕਾਂ। ਇੱਕ ਵਾਰ ਪਿਆਰ ਸਤਿਕਾਰ ਨਾਲ ਦੋਨੋਂ ਹੱਥ ਜੋੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੰਗਤ ਜੀ, ਮੈਂ ਇੱਕ ਛੋਟੀ ਜਿਹੀ ਹੋਰ ਮਾਫੀ ਮੰਗ ਕੇ ਤੁਹਾਡੇ ਤੋਂ ਬੇਨਤੀ ਕਰਾਉਣੀ ਹੈ। ਗੁਰੂ ਦੇ ਚਰਨਾਂ ਵਿੱਚ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੈ, ਇਸ ਕਰਕੇ ਬੇਰਸੀ ਵੀ ਹੋਵੇਗੀ ਤੇ ਮਾਫ ਕਰ ਦੇਣਾ, ਨਜ਼ਰ ਅੰਦਾਜ਼ ਕਰ ਦੇਣਾ। ਤੇ ਅਰਦਾਸ ਕਰਨੀ ਹੈ ਸਤਿਗੁਰੂ ਉਹ ਨੇ ਜਿਹੜੇ ਇੱਕ ਗੁੰਗੇ ਦੇ ਸਿਰ ਤੇ ਛੜੀ ਰੱਖਦੇ, ਗੁੰਗੇ ਦੇ ਬਹਿਰੇ ਦੇ ਸਿਰ ਤੇ ਛੜੀ, ਤੇ ਉਹ ਵੀ ਬੋਲ ਉੜਦਾ ਯਦਾ ਜਦਾ ਹੈ ਧਰਮਸਿਆ ਗਲਾ ਨਿਰਭਵਤ ਭਾਰਤ ਅਭਿਉਤ ਥਾਨਮ ਧਰਮਸਿਆ ਤਦਾ ਤਮਾਨਮ ਸੁਜਾ ਮਹਿਮ। ਉਹ ਵੀ ਗੀਤਾ ਦੇ ਅਰਥ ਕਰ ਦਿੰਦਾ ਗੁੰਗਾ ਤੇ ਬਹਿਰਾ। ਅਰਦਾਸ ਕਰੋ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤਿਗੁਰੂ ਕਿਰਪਾ ਕਰਕੇ ਆਪਣਾ ਜਸ ਆਪ ਕਹਾ ਲੈਣ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨੂੰ ਪੜ੍ਹਦੇ ਆਖਿਰ ਉਹ ਪੰਨਾ ਸਾਹਮਣੇ ਆਉਂਦਾ ਹੈ। ਗੁਰੂ ਨਾਨਕ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ 4 ਉਦਾਸੀਆਂ ਕੀਤੀਆਂ ਨੇ। ਇਤਿਹਾਸ ਨੂੰ ਤੁਸੀਂ ਇੱਕ ਵਾਰ ਨਹੀਂ ਬੜੀ ਵਾਰ ਸਰਵਣ ਕੀਤਾ ਹੋਵੇਗਾ। ਤੁਸੀਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਜੀਵਨ ਵਿੱਚੋਂ ਸਤਿਕਾਰ ਜੋ ਭਾਈ ਜਸਵੰਤ ਸਿੰਘ ਜੀ ਪਰਵਾਨਾ ਜੀ ਪਾਸੋਂ ਸਰਵਣ ਕਰ ਰਹੇ ਸੀ। ਗੁਰੂ ਕੀ ਸੰਗਤ ਮੈਂ ਵਿਚਾਰ ਰਿਹਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾ ਆਰੰਭ ਕੀਤੀਆਂ 3 ਕਾਰਨ ਹੋਇਆ ਕਰਦੇ ਨੇ ਹਰ ਚੀਜ਼ ਦੇ, ਜੇ ਅਸੀਂ ਸਮਝੀਏ ਤੇ ਵਰਨਾ ਨਹੀਂ। ਪਹਿਲਾ ਹੁੰਦਾ ਕਿਉਂ, ਦੂਸਰਾ ਕਿਵੇਂ, ਤੇ ਤੀਸਰਾ ਹੁੰਦਾ ਕਿੱਥੇ। ਇਹ ਗੱਲ ਹੋਈ ਕਿਉਂ ਹੋਈ, ਕਿਵੇਂ ਤੇ ਹੋਈ ਕਿੱਥੇ ਸੀ। ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾ ਆਰੰਭ ਕਿਉਂ ਕੀਤੀਆਂ, ਫਿਰ ਕੀਤੀਆਂ ਕਿਵੇਂ ਸੀ ਤੇ ਕੀਤੀਆਂ ਕਿੱਥੇ ਕਿੱਥੇ ਸੀ। ਮੈਂ ਥੋੜਾ ਜਿਹਾ ਅਗਲਾ ਪਾਸਾ ਸ਼ੁਰੂ ਕਰਕੇ ਤੇ ਕਿਉਂ ਤੇ ਆਵਾਂਗਾ ਵੀ ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕਿਉਂ ਕੀਤੀਆਂ। ਯਾਦ ਰੱਖਣਾ ਜੋ ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਲੋਧੀ ਧਰਤੀ ਤੋਂ ਪਹਿਲੀ ਉਦਾਸੀ ਸਮੇਂ ਤੁਰਦੇ ਨਾ ਤੇ ਸਤਿਗੁਰੂ ਜੀ ਲਗਭਗ 56 ਸ਼ਹਿਰਾਂ ਦੇ ਵਿੱਚੋਂ ਹੋ ਕੇ ਆਉਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਮਹਾਰਾਜ ਹਰ ਰੋਜ਼ ਲਗਭਗ 2 ਤੋਂ 2.5 ਮੀਲ ਦਾ ਪੈਂਡਾ ਆਪਣੇ ਪਾਵਨ ਚਰਨਾਂ ਨਾਲ ਤੈਅ ਕਰਦੇ ਸਨ। 56 ਸ਼ਹਿਰ ਜਿਹੜੀ 7.25 ਸਾਲ ਦੀ ਪਹਿਲੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਦੀ ਬਣਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰੇ ਸਭ ਤੋਂ ਪਹਿਲਾਂ ਪਹੁੰਚੇ ਲਾਹੌਰ, ਲਾਹੌਰ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਇਆ, ਗਇਆ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਸਤੇ ਸਿਲਹਟ, ਸਿਲਹਟ ਤੋਂ ਢਾਕਾ, ਢਾਕਾ ਤੋਂ ਨਦੀਆਂ, ਨਦੀਆਂ ਤੋਂ ਮੇਦਨੀਪੁਰ, ਮੇਦਨੀਪੁਰ ਤੋਂ ਕੁੜਾਪਾ, ਕੁੜਾਪਾ ਤੋਂ ਰਮੇਸ਼ਵਰ, ਰਮੇਸ਼ਵਰ ਤੋਂ ਸਿੰਗਲਾਦੀਪ, ਸਿੰਗਲਾਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਕਾੜ, ਪਾਲਕਾੜ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਰ, ਮਲਕ ਰਾਜਨ ਮੰਦਰ ਤੋਂ ਪਾਂਦਰਪੁਰ, ਪਾਂਦਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨਾ ਤੋਂ ਨਾਸਿਕ, ਨਾਸਿਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਓਮਕਾਰ ਮੰਦਰ, ਓਮਕਾਰ ਮੰਦਰ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਂਡਵੀ ਬੰਦਰ, ਮਾਂਡਵੀ ਬੰਦਰ ਤੋਂ ਪੁੱਜ, ਪੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥਦੁਆਰਾ, ਨਾਥਦੁਆਰ ਤੋਂ ਚਤੌੜ, ਚਤੌੜ ਤੋਂ ਜਮੇਰ, ਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥਰਾ, ਮਥਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਭਿਹੋਆ, ਭਿਹੋਵੇ ਤੋਂ ਸਰਸਾ, ਸਰਸੇ ਤੋਂ ਸੁਲਤਾਨਪੁਰ, ਸੁਲਤਾਨਪੁਰ ਤੋਂ ਰਾਏਪੁਰ ਦੀ ਤਲਵੰਡੀ ਤੇ ਰਾਏਪੁਰ ਦੀ ਤਲਵੰਡੀ ਤੋਂ ਪੱਖੋਗੇ ਰੰਧਾਵੇ ਗੁਰੂ ਨਾਨਕ ਪਾਤਸ਼ਾਹ ਆਏ। ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲੀ ਉਦਾਸੀ ਕੀਤੀ। ਇਹਦੇ ਵਿੱਚ 1 2 4 ਨੂੰ ਨਹੀਂ, ਜੇ ਗੁਰੂ ਨਾਨਕ ਪਾਤਸ਼ਾਹ ਗੁਸਤਾਖੀ ਮਾਫ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਉਦਾਸੀਆਂ ਦੇ ਵਿੱਚ ਕਿਤੇ ਸਿੱਧ ਵੀ ਮਿਲ ਪੈਂਦੇ ਨਾ, ਇਹ 84 ਸਿੱਧ ਬੈਠੇ ਸਨ। ਇਹਨਾਂ 84 ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਤੇ ਤੂੰ ਚੇਲਾ ਕਿਸ ਦਾ ਹੈ। ਸਤਿਗੁਰੂ ਨੇ ਜਵਾਬ ਦਿੱਤਾ, ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਡਾ ਗੁਰੂ ਕੇਵਲ ਸ਼ਬਦ ਹੈ। ਅੱਜ ਅਸੀਂ ਅਰਦਾਸ ਤੋਂ ਬਾਅਦ ਇੱਕ ਦੋਹਰਾ ਤੇ ਪੜ੍ਹਦੇ ਆ ਨਾ, ਸਭ ਸਿੱਖਣ ਨੂੰ ਹੁਕਮ ਹੈ। ਕੀ ਪੜ੍ਹਦੇ ਆ ਜੀ, ਅੱਗੇ ਬੋਲੋ ਭਲਾ। ਸਭ ਸਿੱਖਣ ਨੂੰ ਹੁਕਮ ਹੈ, ਝਾਤੀ ਮਾਰਿਓ ਮਨ ਦੇ ਕਿੰਨੇ ਕਿਆ। ਗੱਲ ਤੇ ਇੱਥੇ ਕਾ ਕੇ ਮੁੱਕਣੀ ਹੈ। ਪੜ੍ਹਨ ਨੂੰ ਅਸੀਂ ਪੜ੍ਹੀ ਜਾ ਰਹੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਮੰਨਦੇ ਜ਼ਰੂਰ ਗੁਰੂ ਗ੍ਰੰਥ ਸਾਹਿਬ ਨੂੰ, ਤੁਸੀਂ ਬੈਠੇ ਜੇ ਮੁਬਾਰਕ ਉਹ ਵੀ ਹਨ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਨੇ। ਇਹਦੇ ਵਿੱਚ ਲਿਖਿਆ ਕੀ ਹੈ, ਬਾਣੀ ਕਹਿੰਦੀ ਕੀ ਹੈ, ਉੱਥੋਂ ਤੱਕ ਸਾਡੀ ਪਹੁੰਚ ਨਹੀਂ। ਅਸੀਂ ਸਿਰਫ ਮੱਥਾ ਟੇਕਣ ਜੋਗਾ ਮਾਰ ਦਾ ਸਰੂਪ ਰੱਖਿਆ ਹੈ, ਪਰ ਵਿਚਾਰਨਾ ਪਵੇਗਾ ਵੀ ਸ਼ਬਦ ਕਹਿੰਦਾ ਕੀ ਹੈ। ਜੇ ਸਿੱਧ ਸਵਾਲ ਕਰਦੇ ਨੇ, ਸਾਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਕਹਿ ਰਹੇ ਨੇ ਵੀ ਸਾਡਾ ਗੁਰੂ ਸ਼ਬਦ ਹੈ, ਇਹਦਾ ਮਤਲਬ ਅਸੀਂ ਕੇਵਲ ਸ਼ਬਦ ਦੀ ਆਰਾਧਨਾ ਕਰਨੀ। ਉਹ ਸਿੱਧ ਸਨ 84, ਉਹਨਾਂ ਦੇ ਨਾਂ ਇਤਿਹਾਸ ਵਿੱਚ ਅਜੇ ਵੀ ਇਤਿਹਾਸ ਨੇ ਆਪਣੀ ਬੁੱਕਲ ਵਿੱਚ ਲਪੇਟ ਕੇ ਰੱਖੇ ਨੇ, ਪਰ ਸਟੇਜ ਤੇ ਬਹੁਤ ਘੱਟ ਆਏ। ਮੇਰਾ ਯਤਨ ਹੁੰਦਾ ਹੈ ਵੀ ਮੈਂ ਜਿਹੜੀ ਚੀਜ਼ ਪਾਸੇ ਰਹਿ ਗਈ ਤੁਹਾਡੇ ਸਾਹਮਣੇ ਰੱਖ ਸਕਾਂ। ਇਹ 84 ਸਿੱਧ ਸਨ। ਊਰਮ, ਅਮਰਨਿਦ, ਔਗੜ, ਅਸ਼ਰਦੇਨ, ਅਗਣਤਾਰ, ਅਕਾਲ ਨਿਰ, ਅਕਲਨਾਸੀ, ਆਪ ਰੂਪੀ, ਏਕ ਰੰਗੀ, ਈਸਪਰੰਗੀ, ਸੰਗਰ, ਸਾਗਰ, ਸ਼ੰਭੂ, ਸੁਰਤ ਸਿੱਧ, ਸਮਿਪਤਾ, ਸੇਰਮਾ, ਸੂਰਸੈਨ, ਸਿਪਸੈਨ, ਸੀਤਲ ਜਲ, ਸਰੁਸਤੀ, ਸੰਤਾਲਕਾ, ਸ਼ੰਕਰ ਜੋਗੀ, ਹਨੀਫਾ, ਹਰੀਮ ਜੋਗੀ, ਕਨੀਫਾ, ਕੇਲ ਕਰਨ, ਕੇਵਲ ਕਰਨ, ਕਰਨਮੇ, ਕੇਸਰ ਕਰਨ, ਕਿਸ਼ਨ ਕੁਵਰ, ਕਵਲ ਨੈਣ, ਕਲਕ ਸੰਗੀ, ਕੇਵਲ ਕਰਮੀ, ਕਰਮਨਾਸੀ, ਕੁਲ ਬਿਬਾਸੀ, ਕੰਧ ਜੋਗੀ, ਕੇਸ ਟੂਪੀ, ਖਾਲਸ, ਮੁਗਲ, ਖਿੰਬੜਾ, ਗੋਣਗਲ, ਗੁਫਾਬਾਸੀ, ਗਵਰਦਨ, ਗਿਰਬੋਧ, ਗਿਰਵਰ, ਗੋਲਸਾ, ਚਲਤ ਨਾਜ ਤੋਂ ਚਤਰ ਬੈਣ, ਜੋਤ ਲਗਣੀ, ਜੋਤ ਮਗਣੀ, ਜੋਤ ਦੰਤੀ, ਜੋਗਰ ਰੰਗੀ, ਬਚਿੱਤਰ,
ਝੰਗਰ ਤੁਲਸ ਜੋਗ ਧੂਰਮ ਨਵਲ ਨੈਣ ਨਿਰਤ ਨਿਧ ਪੂਰਨ ਨਾਸਕਾ ਪਰਬਤ ਪਿਮਾਲਕਾ ਪਲਕ ਨਿਧ ਪਤੋ ਪਾਣ ਬਿਮਾਲਕਾ ਬਿਮਲ ਜੋਤ ਬਾਰ ਕਚੂ ਬਿਸਨਪਤ ਬ੍ਰਹਮ ਜੋਗੀ ਭੰਗਰ ਭਗੀਰਥ ਪੁੱਤਵੇ ਪੋਲ ਸਰਪ ਮੰਗਰ ਮੁਕਤੀ ਸਰ ਮੀਰ ਹੁਸੈਨ ਮੀਰ ਜੰਥੀਲ ਮੂਲ ਮੰਤਰੀ ਰਾਜੇ ਤਰਨ ਰਾਏ ਐਣ ਰਾਮ ਕੁਵਰ ਲੰਗਰ ਲਹਰੀਪਾ ਈਸਰ ਜਾਲਕਾ। ਇਹ 84 ਸਿੱਧ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ। ਮਹਾਰਾਜ ਨੇ ਉਹਨਾਂ ਦੀ ਵੀ ਨਿਸ਼ਾ ਕਰਵਾ ਕੇ ਰੱਖ ਦਿੱਤੀ। ਆਖਿਆ ਸਿੱਧੋ ਤੁਸੀਂ ਕਹਿੰਦੇ ਨੇ ਕਿ ਅਸੀਂ ਗ੍ਰਸਤ ਨੂੰ ਪ੍ਰਵਾਨ ਨਹੀਂ ਕਰਨਾ, ਤੇ ਜਦੋਂ ਠੂਠਾ ਲੈ ਕੇ ਜਾਂਦੇ ਉਦੋਂ ਗ੍ਰਸਤੀਆਂ ਘਰੋਂ ਹੀ ਮੰਗਦੇ ਜੇ, ਉਦੋਂ ਤੇ ਉੱਥੋਂ ਹੀ ਮੰਗਦੇ ਜੇ ਨਾ। ਅੱਜ ਗ੍ਰਸਤੀਆਂ ਤੋਂ ਮੁਨਕਰ ਹੋਏ ਜੇ, ਪਰ ਠੂਠਾ ਲੈ ਕੇ ਤੇ ਉਹਨਾਂ ਦੇ ਅੱਗੇ ਦਰਵਾਜ਼ਿਆਂ ਦੇ ਜਾਂਦੇ ਜੇ। ਪਾਤਸ਼ਾਹ ਨੇ ਆਖਿਆ ਤੁਸੀਂ ਧਰਮ ਦੇ ਠੇਕੇਦਾਰ ਬਣ ਕੇ ਬੈਠ ਗਏ ਹੋ। ਪਾਤਸ਼ਾਹ ਨੇ ਨਗਾਰੇ ਦੀ ਚੋਟ ਤੇ ਆਖਿਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਕਾਜੀ ਬ੍ਰਾਹਮਣ ਤੇ ਜੋਗੀ ਤਿੰਨੇ ਧਰਮ ਦੇ ਠੇਕੇਦਾਰ ਬਣ ਕੇ ਬੈਠ ਗਏ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੇ ਪਿਤਾ ਦੀ ਹਰ ਗੱਲ ਨੂੰ ਮੰਨਿਆ, ਇੱਕ ਵਕਤ ਉਹ ਵੀ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਨੇ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਨੂੰ ਆਖਿਆ ਇਸ ਨੂੰ ਸੁਲਤਾਨਪੁਰ ਲੈ ਜਾਓ, ਸਾਡੇ ਆਕੇ ਬਹੁਤਾ ਲੱਗਦਾ ਨਹੀਂ, ਕੰਮ ਕਾਜ ਕਰਦਾ ਨਹੀਂ, ਕੋਈ ਚੰਗਾ ਕੰਮ ਹੋਇਆ ਤੇ ਵੇਖ ਕੇ ਲਵਾ ਦੇਣਾ। ਭੈਣ ਨਾਨਕੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਆਏ। ਲੋਧੀ ਦਾ ਮੋਦੀ ਖਾਨਾ ਵੀ ਚਲਾਇਆ, ਬੰਦ ਕਰ ਦਿੱਤਾ। ਆਖਿਰ ਇੱਕ ਦਿਨ ਵੇਈ ਨਦੀ ਵਿੱਚ ਪਹੁੰਚੇ ਨੇ ਸਤਿਗੁਰੂ, ਇਸ਼ਨਾਨ ਕੀਤਾ ਏ, ਸੋ ਦਰ ਦੇ ਦਰ ਜਾ ਪਹੁੰਚੇ ਤੇ ਗਾਵਿਆ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ। ਸਤਿਗੁਰੂ ਬਾਹਰ ਆ ਕੇ ਇੱਕ ਪੈਗਾਮ ਦਿੱਤਾ, ਮੈਂ ਬੇਨਤੀ ਕਰ ਲਗਾ ਗੁਰੂ ਨਾਨਕ ਪਾਤਸ਼ਾਹ ਉਦਾਸੀ ਆਰੰਭ ਕੀਤੀ ਹੀ ਕਿਉਂ ਉਹਨਾਂ ਨੂੰ ਯਾਤਰਾ ਆਰੰਭ ਕਰਨੀਆਂ ਪਈਆਂ, ਕਾਰਨ ਕੀ ਸੀ? ਗੁਰੂ ਨਾਨਕ ਮਹਾਰਾਜ ਨੇ ਆਪਣੀ ਪਾਵਨ ਰਸਨਾ ਤੋਂ ਜੋ ਕੁਝ ਬਾਹਰ ਆ ਕੇ ਉਪਦੇਸ਼ ਦਿੱਤਾ, ਉਸ ਪਰਮਾਤਮਾ ਦਾ ਇਲਾਹੀ ਪੈਗਾਮ ਦਿੱਤਾ, ਉਸ ਨੂੰ ਤੁਹਾਡੇ ਸਾਹਮਣੇ ਬਿਆਨ ਕੀਤਾ ਜਾ ਰਿਹਾ ਹੈ। ਢਾਡੀ ਕਲਾ ਦੀ ਵਣਗੀ ਹੈ ਜੋੜੇ ਦੀ ਬੈਂਤ। ਮੈਂ ਬੇਨਤੀ ਕਰਾਂ ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਕੈਂਡਾ ਵਾਲੇ, ਪੜਦਾਦਾ ਉਸਤਾਦ ਸ਼੍ਰੋਮਣੀ ਢਾਡੀ ਢਾਡੀਆਂ ਦੇ ਪਿਤਾਮਾ ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ ਸੱਚਖੰਡ ਵਾਸੀ ਗੁਰਪੁਰ ਵਾਸੀ, ਪੜਦਾਦਾ ਉਸਤਾਦ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਬਾਪੂ ਜੀ ਕਿਆ ਕਰਦੇ ਸੀ, ਸਟੇਜਾਂ ਦੇ ਢੱਡਾਂ ਵੱਜਣੀਆਂ, ਸਰੰਗੀਆਂ ਵੱਜਣੀਆਂ, ਪਰ ਢਾਡੀ ਕਲਾ ਕਹਿੰਦੇ ਲੋਪ ਹੁੰਦੀ ਜਾ ਰਹੀ। ਜੋ ਹਾਲਾਤ ਵੇਖ ਰਹੇ ਆ, ਉਹਨਾਂ ਯਤਨ ਕੀਤਾ ਸੀ ਢਾਡੀ ਕਲਾ ਨੂੰ ਸਟੇਜ ਤੇ ਲਿਆਂਦਾ ਜਾਵੇ। ਯਤਨ ਕਰ ਰਿਹਾ ਉਹਨਾਂ ਦੀ ਸੰਪਰਦਾਇ ਦੇ ਕੁਛ ਅੰਸ਼ ਹੋਣ ਦੇ ਨਾਤੇ, ਆਪਣੇ ਪਿਤਾ ਜੀ ਦੀ ਹਦਾਇਤ ਕਾਰਨ ਕਿ ਢਾਡੀ ਕਲਾ ਨਰੋਲ ਤੁਹਾਡੇ ਸਾਹਮਣੇ ਬਿਆਨ ਕੀਤੀ ਜਾਵੇ, ਸਰਵਣ ਕਰਨ ਦਾ ਯਤਨ ਕਰਨਾ। ਗੁਰੂ ਨਾਨਕ ਪਾਤਸ਼ਾਹ ਆਪਣੀ ਪਾਵਨ ਰਸਨਾ ਤੋਂ ਇਲਾਹੀ ਪੈਗਾਮ ਕੀ ਦੇ ਰਹੇ ਨੇ, ਇਸ ਪੈਗਾਮ ਨੂੰ ਸੁਣ ਕੇ ਸ਼ਹਿਰ ਵਿੱਚ ਹਾਹਾਕਾਰ ਕਿਵੇਂ ਮਚ ਰਹੀ ਹੈ, ਆਓ ਜ਼ਰਾ ਆਪਣੀ ਸੁਰਤੀ ਨੂੰ ਜੋੜੀਏ। ਉਸ ਵੇਲੇ ਦਾ ਵੇਰਵਾ ਮਨਵੀਰ ਸਿੰਘ ਬੀਗੇ ਪਹੂ ਪਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਬੇਨਤੀ ਇੰਜ ਕਰਦਾ ਹੈ। ਨਦੀ ਚੋਂ ਸਤਿਗੁਰੂ ਬਾਹਰ ਆਏ, ਨਦੀ ਚੋਂ ਸਤਿਗੁਰੂ ਬਾਹਰ ਆਏ, ਨਾਰਾ ਮਾਰਿਆ ਸਤ ਕਰਤਾਰ ਦਾ ਜੀ। ਨਦੀ ਚੋਂ ਸਤਿਗੁਰੂ ਬਾਹਰ ਆਏ, ਨਾਰਾ ਮਾਰਿਆ ਸਤ ਕਰਤਾਰ ਦਾ ਜੀ। ਅੰਦਰ
ਝਗੜੇ ਮੁੱਢ ਬੰਨਿਆ ਨਵੇਂ ਪ੍ਰਚਾਰ ਦਾ ਜੀ ਦੌਲਤ ਖਾਨ ਦੇ ਕੰਨ ਆਵਾਜ਼ ਪਹੁੰਚੀ ਬੈਠਾ ਚਿੱਤ ਦੇ ਬੈਠਾ ਚਿੱਤ ਦੇ ਬੈਠਾ ਚਿੱਤ ਦੇ ਵਿੱਚ ਵਿਚਾਰਦਾ ਜੀ ਦੌਲਤ ਖਾਨ ਦੇ ਕੰਨ ਆਵਾਜ਼ ਪਹੁੰਚੀ ਖਾਨ ਦੇ ਕੰਨ ਆਵਾਜ਼ ਪਹੁੰਚੀ ਬੈਠਾ ਚਿੱਤ ਦੇ ਵਿੱਚ ਵਿਚਾਰਦਾ ਜੀ ਨੌਕਰ ਭੇਜ ਕੇ ਸੱਦਿਆ ਸਤਿਗੁਰਾਂ ਨੂੰ ਆਏ ਸਾਹਮਣੇ ਆਏ ਸਾਹਮਣੇ ਆਏ ਸਾਹਮਣੇ ਤਦੋਂ ਉਚਾਰਦਾ ਜੀ ਨੌਕਰ ਭੇਜ ਕੇ ਸੱਦਿਆ ਸਤਿਗੁਰਾਂ ਨੂੰ ਆਏ ਸਾਹਮਣੇ ਤਦੋਂ ਉਚਾਰਦਾ ਜੀ ਕਿਉਂ ਬਈ ਨਾਨਕਾ ਲੋਕ ਹਨ ਕੀ ਕਹਿੰਦੇ ਫੜਿਆ ਜਾਏ ਨਾ ਫੜਿਆ ਜਾਏ ਨਾ ਫੜਿਆ ਜਾਏ ਨਾ ਮੂੰਹ ਸੰਸਾਰ ਦਾ ਜੀ ਕਿਉਂ ਪਈ ਨਾਨਕਾ ਲੋਕ ਹਨ ਕੀ ਕਹਿੰਦੇ ਨਾਨਕਾ ਲੋਕ ਹਨ ਕੀ ਕਹਿੰਦੇ ਫੜਿਆ ਜਾਏ ਨਾ ਮੂੰਹ ਸੰਸਾਰ ਦਾ ਜੀ ਕੀ ਹੁਣ ਮਨਬ ਤੇਰਾ ਜਾਣੇ ਰੱਬ ਨੂੰ ਕੀ ਸਮਝਿਆ ਤੇ ਕੀ ਸਮਝਿਆ ਤੇ ਕੀ ਸਮਝਿਆ ਭੇਦ ਕਰਤਾਰ ਦਾ ਜੀ ਤੇ ਕੀ ਸਮਝਿਆ ਭੇਦ ਕਰਤਾਰ ਦਾ ਜੀ ਤੇ ਕੀ ਸਮਝਿਆ ਭੇਦ ਕਰਤਾਰ ਦਾ ਜੀ ਹੋ ਜਾਹਰ ਪੀਰ ਜਗਤ ਗੁਰ ਬਾਬਾ ਸਾਰੇ ਜਗਤ ਦੇ ਗੁਰੂ ਬਾਬੇ ਨੇ ਬਾਹਰ ਆ ਕੇ ਇੱਕ ਪੈਗਾਮ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ ਉਸ ਵੇਲੇ ਦੋ ਹੀ ਧਰਮ ਪ੍ਰਚਲਿਤ ਸਨ ਉੱਥੇ ਇੱਕ ਹਿੰਦੂਆਂ ਦਾ ਇਸਲਾਮ ਇੱਕ ਇਸਲਾਮ ਧਰਮ ਲੋਕ ਇਕੱਠੇ ਹੋ ਗਏ ਸੁਲਤਾਨਪੁਰ ਲੋਧੀ ਦੇ ਵਿੱਚ ਚਰਚਾ ਹੋਣ ਲੱਗ ਪਈ ਨਾਨਕ ਜੀ ਨੇ ਕੀ ਆਖ ਦਿੱਤਾ ਨਾ ਉਹ ਹਿੰਦੂ ਨੇ ਨਾ ਮੁਸਲਮਾਨ ਨੇ ਹਿੰਦੂ ਇਕੱਠੇ ਹੋ ਕੇ ਚਲੇ ਗਏ ਕਹਿੰਦੇ ਜੇ ਤੂੰ ਹਿੰਦੂ ਨਹੀਂ ਤੂੰ ਵੇਦਾਂ ਨੂੰ ਨਹੀਂ ਮੰਨਦਾ ਤੂੰ ਭਗਵਾਨ ਨੂੰ ਨਹੀਂ ਮੰਨਦਾ ਬੁੱਤਾਂ ਦੀ ਪੂਜਾ ਨਹੀਂ ਕਰੇਗਾ ਚੱਲ ਜੇ ਮੰਨਿਆ ਵੀ ਨਹੀਂ ਮੰਨਦਾ ਤੂੰ ਵੇਦਾਂ ਨੂੰ ਵੀ ਨਹੀਂ ਮੰਨਦਾ ਇਹ ਦੱਸ ਜੋ ਜ਼ਬਾਨ ਆਪਣੀ ਤੋਂ ਬੋਲਦਾ ਜੋ ਮੁੱਖ ਚੋਂ ਬੋਲਦਾ ਕਿਹਨੂੰ ਗਾਉਣਾ ਹੈ ਕਿਹਨੂੰ ਯਾਦ ਕਰਦਾ ਹੈ ਤੇ ਸਤਿਗੁਰੂ ਨੇ ਜਵਾਬ ਦਿੱਤਾ ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹਨੂੰ 68 ਤੀਰਥ ਗਾਉਂਦੇ ਨਾਨਕ ਵੀ ਉਹਨੂੰ ਹੀ ਗਾਈ ਜਾਂਦਾ
68 ਤੀਰਥ। ਹਿੰਦੂ ਆਪਣੇ 68 ਤੀਰਥਾਂ ਦੀ ਬੜੀ ਮਹਾਨਤਾ ਮੰਨਦੇ ਨੇ। ਹਰ ਇੱਕ ਧਰਮ ਦਾ ਆਪੋ ਆਪਣਾ ਅਸੂਲ ਹੋਇਆ ਕਰਦਾ ਹੈ। ਸਾਡਾ ਕੋਈ ਇਹ ਅਧਿਕਾਰ ਨਹੀਂ ਅਸੀਂ ਕਿਸੇ ਦੇ ਧਰਮ 'ਚ ਇੰਟਰਫੇਅਰ ਕਰੀਏ, ਦਖਲ ਅੰਦਾਜ਼ੀ ਨਹੀਂ। ਧਰਮ ਸਾਰੇ ਚੰਗੇ ਨੇ, ਕਦੀ ਕਿਸੇ ਧਰਮ ਤੇ ਉਂਗਲ ਨਾ ਉਠਾਇਆ ਕਰੋ। ਹਿੰਦੂ ਧਰਮ ਵੀ ਚੰਗਾ ਹੈ, ਇਸਲਾਮ ਧਰਮ ਵੀ ਚੰਗਾ ਹੈ, ਸਿੱਖ ਧਰਮ ਵੀ ਚੰਗਾ ਹੈ, ਈਸਾਈ ਵੀ ਚੰਗੇ ਨੇ। ਈਸਾਈ ਧਰਮ ਵੀ ਚੰਗਾ ਹੈ, ਪਰ ਇਹ ਧਰਮਾਂ ਦੇ ਵਿੱਚ ਕੁਝ ਚੰਦ ਬੰਦੇ ਮਾੜੇ ਹੁੰਦੇ ਨੇ। ਉਹ ਜਿਹੜੇ ਚੰਦ ਬੰਦੇ ਮਾੜੇ ਹੁੰਦੇ ਨੇ ਉਹ ਸਾਰੇ ਧਰਮ ਤੇ ਉਂਗਲਾਂ ਕਰਾ ਦਿੰਦੇ। ਹੁਣ ਸਾਰੇ ਸਿੱਖ ਦੇ ਚੰਗੇ ਨਹੀਂ, ਪਹਿਰਾਵੇ ਨੂੰ ਤੇ ਕਈ ਸਿੱਖ ਨੇ ਜਿਹੜੇ ਰੌਲਾ ਪਾਉਣ ਵਾਲੇ ਨੇ, ਪੱਲੇ ਕੱਖ ਨਹੀਂ, ਕੇਵਲ ਰੌਲਾ ਹੀ ਪਾਉਣਾ। ਤੇ ਜਿਹੜੇ ਸੱਚਮੁੱਚ ਰੱਬ ਨਾਲ ਜੁੜੀਆਂ ਹੋਈਆਂ ਆਤਮਾਵਾਂ ਨੇ, ਉਹਨਾਂ ਦੇ ਕਾਰਨ ਇਹ ਧਰਮ ਬਚੇ ਹੋਏ ਨੇ। ਹਰ ਇੱਕ ਨੂੰ ਅਧਿਕਾਰ ਹੈ ਆਪਣੇ ਧਰਮ ਨੂੰ ਕਿਸੇ ਤਰੀਕੇ ਨਾਲ ਮੰਨੇ। ਹਿੰਦੂ ਧਰਮ 68 ਤੀਰਥਾਂ ਦੀ ਮਹਾਨਤਾ ਹੈ ਉਹਨਾਂ ਦੇ ਵਿੱਚ। ਪਾਤਸ਼ਾਹ ਨੇ ਕਿਹਾ ਜਿਹਨੂੰ 68 ਤੀਰਥ ਗਾਉਂਦੇ, ਨਾਨਕ ਜੀ ਵੀ ਉਹਨੂੰ ਗਾਉਂਦੇ ਨੇ। 68 ਤੀਰਥ ਕਿਹੜੇ ਨੇ? ओंकार, अयोध्या, अवंतिका, अरावती, छतरधर, सरस्वती, सरयू, सिंध, छिपरा, चोण, श्री शैल, श्री रंग, हरिद्वार, कपाल मोचन, कप, लुध, कांची, कांची, कलंजर, कवेरी, कुरुक्षेत्र, केदारनाथ, गया, गोकर्ण, गोमती, गोदावरी, गोवर्धन, गंगा सागर, गंडका, करकरा, चरमनवती, चित्रकुंड, चंद्रभंग, ज्वालामुखी, जगन्नाथ, ताप्ती, ताम्रप्राणी, तुंगभद्रा, द्वारका, दिशासन में दृश्यदवती, धारा, नर्मदा, नैमिष, नागतीर्थ, पृथुदक, पुष्कर, प्रयाग, पादर, भीमेश्वर, प्रिग, तुंग, महाकाल, महाबुद्ध, मथुरा, मायापुरी, मानसरोवर, मंदाकिनी, वित सत्ता, विंध्या, व्यासविल, मेश्वर, वेतरवती, वैष्णवी, वैद्यनाथ, बद्रीनाथ, जमुना, रमेश्वर। 68 तीर्थ ने जिन्हों हिंदू धर्म वाले महानता देंदे ते पूजदे भी। पातशाह ने कहा नानक जी भी उसे नूं गाउंदे ने। ਇਹ ਵਿਸ਼ਾ ਬਣ ਗਿਆ। ਇਹ ਗੱਲ ਜਾ ਪਹੁੰਚੀ ਨਵਾਬ ਦੌਲਤ ਖਾਨ ਦੇ ਕੋਲ। ਸੁਲਤਾਨਪੁਰ ਦਾ ਨਵਾਬ ਸੀ, ਸੱਦ ਲਿਆ। ਕਹਿੰਦੇ ਨਾਨਕ ਜੀ ਦੱਸੋ ਵੀ ਤੁਸੀਂ ਕੌਣ ਹੋ? ਤੇ ਜਾਂਦਿਆਂ ਸਾਰ ਸਤਿਗੁਰੂ ਨੇ ਨਗਾਰੇ ਦੀ ਚੋੜ ਲਾ ਕੇ ਆਖਿਆ ਸੀ, ਬੋਲ ਭਾਈ ਦੌਲਤ ਖਾਨ ਸਤ ਕਰਤਾਰ। ਅੱਜ ਵਾਂਗ ਨਹੀਂ ਵੀ ਕੋਈ ਮੰਤਰੀ ਆ ਗਿਆ ਤੇ ਉਸੇ ਵੇਲੇ ਪੈਰਾਂ 'ਚ ਡਿੱਗ ਪੋ। ਆਖਰ ਨਵਾਬ ਸੀ, ਉਹ ਵੀ ਸੁਲਤਾਨਪੁਰ ਦਾ। ਮਹਾਰਾਜ ਨੇ ਆਖਿਆ ਨਹੀਂ, ਭਾਈ ਦੌਲਤ ਖਾਨ ਸਤ ਕਰਤਾਰ ਬੋਲ। ਲਾਗੇ ਲੋਕ ਖਲੋਤੇ ਸਨ, ਹੈਰਾਨ ਸਨ ਵੀ ਨਾਨਕ ਜੀ ਨੂੰ। ਅੱਜ ਨਾਨਕ ਜੀ ਨੇ ਨਵਾਬ ਨੂੰ ਨਵਾਬ ਨਹੀਂ ਆਖਿਆ, ਹਜ਼ੂਰ ਅਨਵਰ ਨਹੀਂ ਆਖਿਆ, ਅੰਨਦਾਤਾ ਨਹੀਂ ਆਖਿਆ। ਆਖਿਆ ਕੀ ਹੈ? ਭਾਈ ਕਿਹਾ ਹੈ। ਵੇਖੋ ਹੁਣ ਨਵਾਬ ਕੀ ਨਾਨਕ ਜੀ ਨਾਲ ਕਰਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਨਿਕਲਿਆ ਬੋਲ ਇੱਕ ਨਿਆਲੇ ਤੀਰ ਵਾਂਗ ਜਾ ਕੇ ਨਵਾਬ ਦੌਲਤ ਖਾਨ ਦੀ ਹਿੱਕ ਵਿੱਚ ਵੱਜਾ। ਨਵਾਬ ਦੌਲਤ ਖਾਨ ਨੇ ਆਖਿਆ ਨਾਨਕ ਜੀ ਮੈਂ ਸੁਣਿਆ ਹੈ ਤੁਸੀਂ ਕਹਿੰਦੇ ਹੋ ਨਾ ਤੇ ਮੈਂ ਹਿੰਦੂ ਤੇ ਨਾ ਮੁਸਲਮਾਨ। ਇਹੋ ਗੱਲ ਤੁਸੀਂ ਆਖੀ ਹੈ। ਹੁਣ ਇਹ ਦੱਸੋ ਵੀ ਜੇ ਨਾਨਕ ਜੀ ਹਿੰਦੂ ਨਹੀਂ ਆ, ਜੇ ਮੁਸਲਮਾਨ ਨਹੀਂ ਆ, ਇਹ ਦੱਸੋ ਨਾਨਕ ਜੀ ਕੌਣ ਨੇ? ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਕੀ ਦਿੱਤਾ ਹੈ? ਢਾਡੀ ਕਲਾ ਦੀ ਵੰਨਗੀ ਸਾਕੇ ਰਾਹੀਂ ਬਿਆਨ ਕੀਤਾ ਜਾ ਰਿਹਾ। ਥੋੜਾ ਜਿਹਾ ਇਮਤਿਹਾਨ ਤੁਹਾਡਾ ਵੀ ਨਾਲ ਨਾਲ ਹੋਣਾ ਹੈ, ਕਿਉਂਕਿ ਕਈ ਵਾਰ ਹੁੰਦਾ ਹੈ ਬਾਤ ਪਾਉਣ ਵਾਲਾ ਬਾਤ ਪਾ ਜਾਂਦਾ, ਹੁੰਗਾਰਾ ਦੇਣ ਵਾਲਾ ਸੁੱਤਾ ਹੀ ਰਹਿ ਜਾਂਦਾ। ਪਰ ਜਿੰਨਾ ਚਿਰ ਹੁੰਗਾਰਾ ਦੇਣ ਵਾਲਾ ਗਾੜੀਆਂ ਹੰਗੂਰੇ ਮਾਰੀ ਜਾਵੇ ਨਾ, ਫਿਰ ਸਵਾਦ ਬੁਲਾਰੇ ਨੂੰ ਵੀ ਆਉਂਦਾ ਹੈ। ਸੁਰਤੀ ਤੁਸੀਂ ਵੀ ਟਿਕਾਉਣੀ ਹੈ ਵੀ ਜੇ ਗੁਰੂ ਨਾਨਕ ਪਾਤਸ਼ਾਹ ਬਾਰੇ ਜਾਣਨਾ ਚਾਹੁੰਦੇ ਜੇ ਗੁਰੂ ਨਾਨਕ ਜੀ ਕੌਣ ਨੇ, ਜੇ ਉਹ ਹਿੰਦੂ ਨਹੀਂ ਉਹ ਮੁਸਲਮਾਨ ਨੇ, ਕੁਝ ਤਾਂ ਹੋਣਗੇ, ਕਿਸੇ ਨੂੰ ਤੇ ਮੰਨਦੇ ਹੋਣਗੇ, ਕੋਈ ਤੇ ਉਹਨਾਂ ਦਾ ਧਰਮ ਹੋਵੇਗਾ, ਕੋਈ ਤੇ ਉਹਨਾਂ ਦਾ ਰੱਬ ਹੋਵੇਗਾ, ਕੋਈ ਤੇ ਕਹਿਣਾ ਚਾਹੁੰਦੇ ਹੋਣਗੇ। ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਨੇ? ਆਓ ਵੇਖਣ ਦਾ ਯਤਨ ਕਰੀਏ। ਨਵਾਬ ਦੌਲਤ ਖਾਨ ਖਲੋਤਾ ਹੈ, ਮਸਜਿਦ ਦਾ ਮੌਲਵੀ ਖਲੋਤਾ ਹੈ, ਲਾਗੇ ਤਮਾਸ਼ਾ ਵੇਖਣ ਵਾਲੇ ਖਲੋਤੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨਵਾਬ ਦੇ ਕੀਤੇ ਹੋਏ ਸਵਾਲ ਦਾ ਜਵਾਬ ਜਿਵੇਂ ਦੇ ਰਹੇ ਨੇ, ਉਸ ਵੇਲੇ ਦਾ ਵੇਰਵਾ ਮਨਵੀਰ ਸਿੰਘ ਬੀਏ ਪਹੂਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਬੇਨਤੀ ਇੰਜ ਕਰ ਰਿਹਾ।
यो बचन उचारा ओ हिंदू मुसलमान मैं दोहां तो न्यारा गुण आप ही सब योदा पसारा। हर है वर्तदा हर था करतारा। निर्गुण सरगुण आप ही सब ओदा पसारा। ओंकार से भंगी उचारा। हर जी 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 सब मेरा तू जी। सतगुर नानक देव ने इਉਂ बचन उचारा। आख्या कि हिंदू मुसलमान मैं दोहां तो न्यारा। भाई दौलत खान नानक ना ते हिंदू है ते ना मुसलमान, इन्हां दोवां नूं वखरा।
ਤੇ ਭਾਈ ਦੌਲਤ ਖਾਨ ਜੀ ਨਾਨਕ ਜੀ ਦੇ ਨਾਂ ਰੱਬ ਹੀ ਵੰਡੇ ਹੋਏ ਨੇ। ਉਹ ਰੱਬ ਇੱਕ ਹੀ ਹੈ, ਉਹਦੇ ਨਾਂ ਵੱਖਰੇ ਵੱਖਰੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਨਾਵਾਂ ਨਾਲ ਪਰਮਾਤਮਾ ਤੈਨੂੰ ਯਾਦ ਕੀਤਾ ਜਾਂਦਾ ਮੈਂ ਬਲਿਹਾਰ ਜਾਂਦਾ। ਉਸ ਰੱਬ ਨੂੰ ਅੱਲਾ ਵੀ ਕਿਹਾ ਜਾਂਦਾ। ਕਦੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਵੇਖੋ, ਵੱਖਰੇ ਵੱਖਰੇ ਨਾਮ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਨੂੰ ਯਾਦ ਕੀਤਾ ਗਿਆ। ਜਿਵੇਂ ਅੱਲਾ ਸ਼ਬਦ 46 ਵਾਰ ਗੁਰੂ ਗ੍ਰੰਥ ਸਾਹਿਬ 'ਚ ਵਰਤਿਆ ਗਿਆ, ਅੰਤਰਜਾਮੀ ਸ਼ਬਦ 60 ਵਾਰ, ਸਤਨਾਮ 59 ਵਾਰ, ਹਰ ਸ਼ਬਦ 8344 ਵਾਰ, ਕਰਤਾ ਸ਼ਬਦ 228 ਵਾਰ, ਕ੍ਰਿਸ਼ਨ ਸ਼ਬਦ 22 ਵਾਰ, ਗੋਪਾਲ ਸ਼ਬਦ 491 ਵਾਰ, ਗੋਬਿੰਦ ਸ਼ਬਦ 475 ਵਾਰ, ਜਗਦੀਸ਼ ਸ਼ਬਦ 60 ਵਾਰ, ਠਾਕੁਰ ਸ਼ਬਦ 216 ਵਾਰ, ਦਾਤਾ ਸ਼ਬਦ 151 ਵਾਰ, ਨਾਰਾਇਣ ਸ਼ਬਦ 99 ਵਾਰ, ਨਿਰੰਕਾਰ ਸ਼ਬਦ 29 ਵਾਰ, ਪ੍ਰਭੂ ਸ਼ਬਦ 1371 ਵਾਰ, ਪਰਮਾਤਮਾ ਸ਼ਬਦ 321 ਵਾਰ, ਪਰਮੇਸ਼ਵਰ ਸ਼ਬਦ 139 ਵਾਰ, ਰਾਮ ਸ਼ਬਦ 2533 ਵਾਰ, ਭਗਵਾਨ ਸ਼ਬਦ 30 ਵਾਰ, ਵਾਹਿਗੁਰੂ ਸ਼ਬਦ 13 ਵਾਰ, ਵਾਹਿਗੁਰੂ ਸ਼ਬਦ 3 ਵਾਰ। ਰੱਬ ਨੂੰ ਵੱਖਰੇ ਵੱਖਰੇ ਨਾਮ ਨਾਲ ਯਾਦ ਕੀਤਾ ਗਿਆ। ਸੂਰਜ ਹੈ, ਇਹਨੂੰ ਭਾਣ ਵੀ ਕਹਿੰਦੇ, ਖੁਰਸ਼ੀਦ ਵੀ ਕਹਿੰਦੇ, ਸੰਨ ਵੀ ਕਹਿੰਦੇ, ਸੂਰਜ ਵੀ ਕਹਿੰਦੇ ਨੇ। ਚੰਦਰਮਾ ਨੂੰ ਮੂਨ ਵੀ ਕਹਿੰਦੇ, ਚੰਨ ਵੀ ਕਹੀ ਜਾਂਦੇ, ਕੋਈ ਚੰਨ ਮਾਮਾ ਵੀ ਕਹੀ ਜਾਂਦਾ, ਚੰਦਰਮਾ ਵੀ ਕਹੀ ਜਾਂਦੇ। ਹੈ ਇੱਕੋ ਹੀ, ਨਾਂ ਵੱਖਰੇ ਵੱਖਰੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਈ ਦੌਲਤ ਖਾਨ ਰੱਬ ਵੰਡਿਆ ਹੋਇਆ ਨਹੀਂ, ਰੱਬ ਨੇ ਤੇ ਬੰਦਾ ਇੱਕੋ ਹੀ ਬਣਾਇਆ ਸੀ ਤੇ ਧਰਮ ਆਪ ਹੀ ਵੰਡ ਲੈ। ਆਪੇ ਰੱਬ ਨੂੰ ਵੱਖਰਾ ਵੱਖਰਾ ਬਣਾ ਲਿਆ ਗਿਆ। ਮੰਜ਼ਿਲ ਇੱਕੋ ਹੈ ਪਰ ਰਸਤੇ ਵੱਖਰੇ ਵੱਖਰੇ ਬਣ ਚੁੱਕੇ ਰੱਬ ਤੱਕ ਜਾਣ ਲਈ। ਕੋਈ ਰਾਮ ਕਹਿ ਕੇ ਪਹੁੰਚੇਗਾ, ਕੋਈ ਅੱਲਾ ਕਹਿ ਕੇ ਪਹੁੰਚੇਗਾ, ਕੋਈ ਸਤਨਾਮ ਕਹਿ ਕੇ ਪਹੁੰਚੇਗਾ, ਤੇ ਹੁਣ ਕੋਈ ਗੋਡ ਕਹਿ ਕੇ ਪਹੁੰਚੇਗਾ। ਹਰ ਇੱਕ ਧਰਮ ਦੇ ਵਿੱਚ ਰੱਬ ਨੂੰ ਵੱਖਰੇ ਵੱਖਰੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਪਾਤਸ਼ਾਹ ਨੇ ਆਖਿਆ ਭਾਈ ਦੌਲਤ ਖਾਨ ਉਹ ਰੱਬ ਬਾਰੇ ਸੁਣ। ਉਹ ਰੱਬ ਕਿੱਥੇ ਕਿੱਥੇ ਹੈ? ਉਹ ਰੱਬ ਜਲ ਵਿੱਚ, ਥਲ ਵਿੱਚ, ਊਚ ਵਿੱਚ, ਨੀਚ ਵਿੱਚ, ਗਰੀਬ ਵਿੱਚ, ਅਮੀਰ ਵਿੱਚ, ਰਾਜੇ ਵਿੱਚ, ਰੰਕ ਵਿੱਚ, ਵੈਰੀ ਵਿੱਚ, ਮਿੱਤਰ ਵਿੱਚ, ਦੁਖੀ ਵਿੱਚ, ਸੁਖੀ ਵਿੱਚ, ਖੁਸ਼ੀ ਵਿੱਚ, ਗਮੀ ਵਿੱਚ, ਹਰ ਇੱਕ ਵਿੱਚ ਰੱਬ ਹੈ। God is omnipresent, God is omnipotent। ਪਰਮਾਤਮਾ ਪੱਤੇ ਪੱਤੇ ਵਿੱਚ ਹੈ, ਕਣ ਕਣ ਵਿੱਚ ਮੌਜੂਦ ਹੈ। ਜਹ ਜਹ ਪੇਖੂ ਤੈ ਹਦੂਰ। ਉਹ ਰੱਬ ਹਰ ਥਾਂ ਤੇ ਮੌਜੂਦ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਈ ਦੌਲਤ ਖਾਨ ਰੱਬ ਦਾ ਸਰੂਪ ਜਾਣਨਾ ਚਾਹਣਾ ਹੈ ਵੀ ਰੱਬ ਹੈ ਕੈਸਾ, ਜਿਸ ਨੂੰ ਨਾਨਕ ਮੰਨਦਾ ਹੈ। ਸੁਣ, ਇੱਕ ਓੰਕਾਰ, ਉਹ ਪਰਮਾਤਮਾ ਕੇਵਲ ਇੱਕ ਹੈ, ਕੇਵਲ ਇੱਕ। ਕਦੇ ਪੀਰ ਦਸਤਗੀਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ 3 ਸਵਾਲ ਕੀਤੇ ਸੀ। ਆ ਥੋੜਾ ਜਿਹਾ ਗੌਰ ਕਰਿਓ ਤੇ ਰੱਬ ਦੀ ਪ੍ਰਾਪਤੀ ਦਾ ਰਸਤਾ ਵੇਖਿਓ। ਗੁਸਤਾਖੀ ਮਾਫ। ਪੀਰ ਦਸਤਗੀਰ ਨੇ 3 ਸਵਾਲ ਗੁਰੂ ਨਾਨਕ ਪਾਤਸ਼ਾਹ ਨੂੰ ਕੀਤੇ। ਉਹਨੇ ਆਖਿਆ ਜੀ ਦੱਸੋ ਰੱਬ ਤੋਂ ਪਹਿਲਾਂ ਕੀ ਸੀ, ਰੱਬ ਪਾਇਆ ਕਿਵੇਂ ਜਾ ਸਕਦਾ ਹੈ, ਤੇ ਤੀਸਰਾ ਸਵਾਲ ਹੈ ਰੱਬ ਕੀ ਕਰ ਸਕਦਾ ਹੈ। 3 ਸਵਾਲ ਨੋਟ ਕਰਨੇ। ਭੈਣਾਂ ਬੈਠੀਆਂ ਨੇ, ਭੈਣੋ ਤੁਹਾਡੀ ਗੋਦ ਵਿੱਚ ਬੱਚੇ ਖੇਡਦੇ ਨੇ, ਤੁਸੀਂ ਬੱਚੇ ਨੂੰ ਸਿੱਖਿਆ ਦੇਣੀ ਹੈ ਵੀ ਬੱਚਾ ਕਿਵੇਂ ਚੰਗਾ ਬਣਨਾ ਤੇ ਕਿਵੇਂ ਬੱਚੇ ਨੇ ਗੁਰੂ ਨਾਲ ਜੁੜਨਾ। ਤੇ ਇਹ ਗੱਲ ਜ਼ਰੂਰ ਸੁਣਿਓ। ਮੈਂ ਹੁਣ ਉਲਾਮਾ ਨਹੀਂ ਦੇ ਰਿਹਾ, ਮੈਂ ਵੈਸੇ ਗੱਲ ਕੀਤੀ ਹੈ ਵੀ ਭਾਈ ਇਸ ਚੀਜ਼ ਨੂੰ ਧਿਆਨ ਨਾਲ ਸਰਵਣ ਜ਼ਰੂਰ ਕਰਿਓ। ਹੁਣ ਤੁਹਾਡੇ ਬੱਚੇ ਟਿਕੇ ਹੋਏ ਨੇ, ਤੁਹਾਡਾ ਧੰਨਵਾਦ। ਗੌਰ ਕਰਨਾ। ਪੀਰ ਦਸਤਗੀਰ ਨੇ ਆਖਿਆ ਇਹ ਦੱਸੋ ਗੁਰੂ ਨਾਨਕ ਪਾਤਸ਼ਾਹ ਜੀ ਰੱਬ ਤੋਂ ਪਹਿਲਾਂ ਕੀ ਸੀ, ਪਹਿਲਾ ਸਵਾਲ। ਤੇ ਗੁਰੂ ਨਾਨਕ ਮਹਾਰਾਜ ਨੇ ਆਖਿਆ ਪੀਰ ਜੀ ਤੁਹਾਡੇ ਹੱਥ ਵਿੱਚ ਤਸਬੀਹ ਹੈ, ਇਹਦੇ ਮਣਕੇ ਗਿਣੋ, ਮਣਕਿਆਂ ਦੀ ਗਿਣਤੀ ਕਰੋ, ਪਹਿਲੇ ਸਵਾਲ ਦਾ ਜਵਾਬ ਮਿਲੇਗਾ। ਉਹਨੇ ਗਿਣਤੀ ਆਰੰਭ ਕੀਤੀ, 1 2 3 4 5। ਪਾਤਸ਼ਾਹ ਕਹਿੰਦੇ ਨਹੀਂ, ਦੁਬਾਰਾ ਗਿਣੋ, ਤੁਸੀਂ ਗਲਤ ਗਿਣ ਰਹੇ ਹੋ। ਪੀਰ ਨੇ ਦੁਬਾਰਾ ਗਿਣਿਆ, ਕਿਤੇ ਭੁਲੇਖਾ ਲੱਗ ਗਿਆ ਹੋਵੇਗਾ। ਕਹਿੰਦਾ 1 2 3 4। ਪਾਤਸ਼ਾਹ ਕਹਿੰਦੇ ਗਲਤ ਹੈ। ਪੀਰ ਜੀ ਦੁਬਾਰਾ ਗਿਣੋ। ਪੀਰ ਦਸਤਗੀਰ ਕਹਿੰਦਾ ਨਾਨਕ ਜੀ ਮੈਂ ਜਿੱਥੇ ਗਲਤ ਹੋਇਆ ਮੇਰਾ ਗੁੱਟ ਫੜ ਲਿਓ। ਜਦੋਂ ਪੀਰ ਨੇ ਆਖਿਆ 1 ਦੇ ਗੁਰੂ ਨਾਨਕ ਪਾਤਸ਼ਾਹ ਨੇ ਬਾਹ ਫੜ ਲਈ। ਕਹਿੰਦੇ ਪੀਰ ਜੀ ਗਲਤ ਗਿਣ ਰਹੇ ਹੋ, 1 ਤੋਂ ਪਹਿਲਾਂ ਗਿਣੋ। ਕਹਿੰਦਾ ਨਾਨਕ ਜੀ 1 ਤੋਂ ਪਹਿਲਾਂ ਕੀ ਹੋਵੇਗਾ, 1 ਤੋਂ ਪਹਿਲਾਂ ਤੇ 1 ਹੀ ਆਵੇਗਾ ਨਾ। ਸਤਿਗੁਰੂ ਕਹਿੰਦੇ ਬਿਲਕੁਲ, ਜੇ 1 ਤੋਂ ਪਹਿਲਾਂ 1 ਹੈ ਫਿਰ ਰੱਬ ਤੋਂ ਪਹਿਲਾਂ ਵੀ ਰੱਬ ਹੀ ਹੈ, ਰੱਬ ਤੋਂ ਪਹਿਲਾਂ ਹੋਰ ਕੁਝ ਨਹੀਂ। ਉਹਨੇ ਆਖਿਆ ਮੇਰਾ ਦੂਸਰਾ ਸਵਾਲ, ਰੱਬ ਪਾਇਆ ਕਿਵੇਂ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਪੀਰ ਜੀ ਦੁੱਧ ਮੰਗਾਓ। ਦੁੱਧ ਆ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਵੇਖੋ ਕੀ ਹੈ। ਕਹਿੰਦਾ ਜੀ ਇਹਦੇ ਵਿੱਚੋਂ ਮੱਖਣ ਵੀ ਕੱਢਿਆ ਜਾ ਸਕਦਾ ਹੈ, ਦਹੀਂ ਵੀ ਕੱਢਿਆ ਜਾ ਸਕਦਾ ਹੈ, ਘਿਓ ਵੀ ਕੱਢਿਆ ਜਾ ਸਕਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੱਢ ਕੇ ਸਾਡੀ ਤਲੀ ਤੇ ਟਿਕਾਓ। ਕਹਿੰਦਾ ਨਾਨਕ ਜੀ ਇਸ ਤਰ੍ਹਾਂ ਥੋੜਾ ਨਿਕਲੇਗਾ, ਇਹਨੂੰ ਤੇ ਜਾਗ ਲਾਉਣੀ ਪਵੇਗੀ, ਇਹਨੂੰ ਰਿੜਕਣਾ ਪਵੇਗਾ, ਫਿਰ ਮੱਖਣ ਦੁੱਧ ਦਹੀਂ ਬਾਹਰ ਆਵੇਗਾ। ਤੇ ਸਤਿਗੁਰੂ ਜੀ ਕਹਿੰਦੇ ਬਿਲਕੁਲ ਪੀਰ ਜੀ, ਰੱਬ ਵੀ ਸਾਡੇ ਅੰਦਰ ਹੀ ਹੈ, ਪਰ ਬਾਹਰੋਂ ਨਾਮ ਰੂਪੀ ਜਾਗ ਲਾਉਣੀ ਪੈਣੀ, ਰਿੜਕਣਾ ਪੈਣਾ ਏ, ਫਿਰ ਰੱਬ ਨੇ ਪ੍ਰਗਟ ਹੋਣਾ, ਵਰਨਾ ਨਹੀਂ ਹੋਣਾ। ਪੀਰ ਨੇ ਆਖਿਆ ਨਾਨਕ ਜੀ ਮੇਰਾ ਤੀਸਰਾ ਸਵਾਲ ਹੈ,
ਰੱਬ ਕੀ ਕਰ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਪੀਰ ਜੀ ਜਿਹੜਾ ਸਵਾਲ ਕਰਦਾ ਨਾ ਉਹ ਨੀਵੀਂ ਜਗ੍ਹਾ ਤੇ ਬੈਠਦਾ ਹੈ, ਜਿਹੜਾ ਜਵਾਬ ਦਿੰਦਾ ਉੱਚੀ ਜਗ੍ਹਾ ਤੇ ਬੈਠਦਾ। ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਤੇ ਬੈਠੇ ਉੱਚੀ ਜਗ੍ਹਾ ਤੇ, ਇੰਜ ਕਰੋ ਮੇਰੇ ਵਾਲੀ ਜਗ੍ਹਾ ਤੇ ਆਓ, ਫਿਰ ਮੈਂ ਤੁਹਾਨੂੰ ਜਵਾਬ ਦੇਣਾ। ਪੀਰ ਉੱਠਿਆ ਆ ਗਿਆ, ਗੁਰੂ ਨਾਨਕ ਪਾਤਸ਼ਾਹ ਜਾ ਕੇ ਬੈਠ ਗਏ ਤੇ ਸਤਿਗੁਰੂ ਨੇਤਰ ਬੰਦ ਕਰ ਲੈ। ਪੀਰ ਨੇ ਆਖਿਆ ਨਾਨਕ ਜੀ ਤੁਸੀਂ ਸਵਾਲ ਦਾ ਜਵਾਬ ਨਹੀਂ ਦਿੱਤਾ। ਸਤਿਗੁਰੂ ਕਹਿੰਦੇ ਅਜੇ ਵੀ ਨਹੀਂ ਸਮਝਿਆ? ਕਹਿੰਦਾ ਜੀ ਨਹੀਂ ਸਮਝਿਆ, ਜਵਾਬ ਦਿਓ। ਸਤਿਗੁਰੂ ਕਹਿੰਦੇ ਪੀਰ ਜੀ ਰੱਬ ਇਹੋ ਹੀ ਕਰ ਸਕਦਾ, ਤੇਰੇ ਵਰਗੇ ਤਖਤਾਂ ਦੇ ਬੈਠਿਆਂ ਨੂੰ ਧਰਤੀ ਤੇ ਲੈ ਆਉਂਦਾ ਤੇ ਮੇਰੇ ਵਰਗਿਆਂ ਨੂੰ ਤਖਤਾਂ ਤੇ ਪਹੁੰਚਾ ਦਿੰਦਾ। ਰੱਬ ਇਹ ਕਰ ਸਕਦਾ। 3 ਸਵਾਲ ਕੀਤੇ ਸੀ ਸਤਿਗੁਰੂ, ਉਹਦੇ ਉੱਤਰ ਦੇ ਦਿੱਤੇ। ਤੇ ਭਾਈ ਦੌਲਤ ਖਾਨ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਦੌਲਤ ਖਾਨ ਜੀ, ਭਾਈ ਜੀ ਰੱਬ ਇੱਕ ਹੈ, ਇੱਕ ਓੰਕਾਰ ਸਤਨਾਮ, ਉਹਦਾ ਨਾਮ ਸਦਾ ਲਈ ਸਤ ਹੈ। ਕਰਤਾ ਪੁਰਖ ਸਭ ਕੁਝ ਹੀ ਉਹ ਕਰਨ ਵਾਲਾ ਹੈ। ਨਿਰਭਉ, ਉਸ ਰੱਬ ਨੂੰ ਕਿਸੇ ਦਾ ਡਰ ਨਹੀਂ। ਬੰਦੇ ਨੂੰ ਬੰਦੇ ਦਾ ਡਰ ਹੋ ਸਕਦਾ, ਰੱਬ ਨੂੰ ਨਹੀਂ। ਨਿਰਵੈਰ, ਬੰਦੇ ਦਾ ਬੰਦੇ ਨਾਲ ਵੈਰ ਹੋ ਸਕਦਾ, ਰੱਬ ਦਾ ਕਿਸੇ ਨਾਲ ਵੈਰ ਨਹੀਂ। ਨਿਰਭਉ ਨਿਰਵੈਰ ਅਕਾਲ ਮੂਰਤ, ਉਹ ਰੱਬ ਮੂਰਤਾਂ ਵਿੱਚ ਨਹੀਂ ਆਉਂਦਾ। ਅੱਜ ਅਸੀਂ ਬਣਾ ਲਿਆ, ਅੱਜ ਅਸੀਂ ਸ਼ਬਦ ਨੂੰ ਛੱਡ ਕੇ ਮੂਰਤਾਂ 'ਚ ਰੱਬ ਵੰਡ ਲਿਆ। ਅਕਾਲ ਮੂਰਤ ਅਜੂਨੀ ਸਹਿਪੰਗ, ਉਹ ਜੂਨਾ ਵਿੱਚ ਵੀ ਨਹੀਂ ਆਉਂਦਾ ਤੇ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦ, ਉਹ ਮਿਲਦਾ ਕਿਵੇਂ ਹੈ ਰੱਬ? ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਦੌਲਤ ਖਾਨ ਇਹ ਹੈ ਰੱਬ ਜਿਸ ਨੂੰ ਨਾਨਕ ਜੀ ਮੰਨਦੇ ਨੇ। ਨਾਨਕ ਜੀ ਨਾ ਤੇ ਨਾਨਕ ਜੀ ਲਈ ਕੋਈ ਹਿੰਦੂ ਵੱਖਰਾ ਹੈ, ਨਾ ਮੁਸਲਮਾਨ, ਨਾ ਰਾਮ ਵੱਖਰਾ ਹੈ, ਨਾ ਅੱਲਾ ਵੱਖਰਾ, ਨਾ ਗੋਬਿੰਦ, ਨਾ ਜਗਦੀਸ਼, ਨਾ ਗੁਸਾਈ, ਕੋਈ ਵੀ ਵੱਖਰਾ ਨਹੀਂ। ਤੇ ਨਵਾਬ ਨੇ ਹੋਰ ਸਵਾਲ ਕੱਢ ਮਾਰਿਆ, ਕਹਿੰਦਾ ਨਾਨਕ ਜੀ ਤੁਹਾਡੇ ਲਈ ਜੇ ਰੱਬ ਵੱਖਰਾ ਨਹੀਂ ਤੇ ਸਾਡੇ ਨਾਲ ਚੱਲ ਕੇ ਮਸਜਿਦ ਵਿੱਚ ਨਮਾਜ਼ ਅਦਾ ਕਰ ਸਕਦੇ ਨੇ? ਸਤਿਗੁਰੂ ਨੇ ਆਖਿਆ ਬਿਲਕੁਲ। ਭਾਈ ਦੌਲਤ ਖਾਨ ਜੇ ਉੱਥੇ ਵੀ ਰੱਬ ਦਾ ਨਾਮ ਲਿਆ ਜਾਣਾ, ਸੱਚੀ ਨਮਾਜ਼ ਪੜ੍ਹੀ ਜਾਣੀ ਹੈ, ਨਾਨਕ ਚੱਲਣ ਨੂੰ ਤਿਆਰ ਹੈ, ਚਲੋ ਚੱਲੀਏ। ਨਵਾਬ ਉੱਠ ਪਿਆ, ਮੁੱਲਾ ਉੱਠ ਪਿਆ, ਮਗਰ ਜਮਾਤ ਤੁਰ ਪਈ। ਤੇ ਚੌਥਾ ਢਾਣਾ ਉਹਨਾਂ ਦਾ ਸੀ ਜਿਹੜੇ ਅੱਜ ਸਭ ਤੋਂ ਪਹਿਲਾਂ ਅੱਗੇ ਹੁੰਦੇ, ਤਮਾਸ਼ਾ ਵੇਖਣ ਵਾਲੇ, ਕਮੈਂਟ ਕਰਨ ਵਾਲੇ। ਘਰ 'ਚ ਭਾਵੇਂ ਘਰ ਦੀ ਜਨਾਨੀ ਨਾ ਸੁਣਦੀ ਹੋਵੇ, ਗੁਰਦੁਆਰੇ ਆ ਕੇ ਉਹ ਬੰਦੇ ਉਂਗਲਾਂ ਕਰਨਗੇ ਵੀ ਆਹ ਦੇ ਭਾਈ ਜੀ ਇਦਾਂ ਕਰ ਦਿੱਤਾ ਹੈ, ਭਾਈ ਜੀ ਨੂੰ ਕੱਢ ਦਿਓ। ਗੁਰਦੁਆਰੇ ਵਿੱਚ ਕਮੇਟੀ ਬਦਲ ਦਿਓ, ਗੁਰਦੁਆਰੇ ਵਿੱਚ ਆ ਨਾ ਹੋਵੇ, ਇਹ ਧਰਮ ਨਹੀਂ ਠੀਕ, ਇਹ ਗ੍ਰੰਥ ਨਹੀਂ ਠੀਕ, ਇਹ ਬਾਣੀ ਨਹੀਂ ਠੀਕ। ਉਹ ਜਿਹਦੀ ਘਰੇ ਕੋਈ ਨਹੀਂ ਸੁਣਦਾ ਉਹ ਆ ਕੇ ਇੱਥੇ ਉਂਗਲਾਂ ਕਰਦਾ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਹ ਵੀ ਤੁਰੇ ਨੇ ਅੱਜ ਤਮਾਸ਼ਾ ਵੇਖਣ ਵਾਲੇ, ਕਹਿੰਦੇ ਅੱਜ ਤਮਾਸ਼ਾ ਹੀ ਵੇਖਾਂਗੇ, ਮੌਜੂ ਵੱਜੇਗਾ। ਤੁਰ ਪਏ, ਗੁਰੂ ਨਾਨਕ ਪਾਤਸ਼ਾਹ ਵੀ ਤੁਰ ਪਏ। ਤੇ ਕੋਈ ਔਰਤ ਭੱਜੀ ਭੱਜੀ ਗਈ ਸਹੇਲੀ, ਉਹਨੇ ਜਾ ਕੇ ਭੈਣ ਨਾਨਕੀ ਦੇ ਕੰਨ ਵਿੱਚ ਕੁਝ ਆਖਿਆ। ਹੁਣ ਆਖਿਆ ਕੀ ਹੈ ਇਹ ਮੈਂ ਨਹੀਂ ਸਾਂਝਾ ਕਰਨਾ, ਇਹ ਢਾਡੀ ਸਿੰਘਾਂ ਨੇ ਸਾਂਝਾ ਕਰਨਾ ਵੀ ਕੀ ਆਖਿਆ ਸੀ ਉਸ ਔਰਤ ਨੇ। ਭੈਣੋ ਤੁਸੀਂ ਵੀ ਗੌਰ ਕਰਿਓ, ਇਹ ਹੈ ਢਾਡੀ ਕਲਾ ਦੀ ਵਣਗੀ ਕਬਿੱਤ ਭਾਈ ਜੀ, ਇਸ ਨੂੰ ਕਬਿੱਤ ਕਿਹਾ ਜਾਂਦਾ। ਰਾਗ ਹੈ ਸਾਰੰਗ ਰਾਗ, ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਮੁਤਾਲਾ ਕਰਨ ਵਾਲੇ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨਾਂ ਦੀ ਗੁਰਬਾਣੀ ਹੈ। ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, 15 ਭਗਤਾਂ ਦੀ ਗੁਰਬਾਣੀ ਹੈ। ਭਗਤ ਸੂਰਦਾਸ ਜੀ, ਸੈਣ ਜੀ, ਸਦਨਾ ਜੀ, ਕਬੀਰ ਜੀ, ਜੈਦੇਵ ਜੀ, ਤਰਲੋਚਨ ਜੀ, ਧੰਨਾ ਜੀ, ਨਾਮਦੇਵ ਜੀ, ਪੀਪਾ ਜੀ, ਪਰਮਾਨੰਦ ਜੀ, ਫਰੀਦ ਜੀ, ਬੇਣੀ ਜੀ, ਭੀਖਣ ਜੀ, ਰਾਮਾਨੰਦ ਜੀ, ਰਵਿਦਾਸ ਜੀ, 11 ਭੱਟਾਂ ਦੀ ਗੁਰਬਾਣੀ ਹੈ। ਭੱਟ ਸੱਲ ਜੀ, ਹਰਬੰਸ ਜੀ, ਕਲ ਸਹਾਰ ਜੀ, ਕੀਰਤ ਜੀ, ਗਜੰਦ ਜੀ, ਜਾਲਪ ਜੀ, ਨਲ ਜੀ, ਬਲ ਜੀ, ਭੱਲ ਜੀ, ਭਿੱਖਾ ਜੀ, ਮਥੁਰਾ ਜੀ, ਗੁਰ ਸਿੱਖਾਂ ਦੀ ਗੁਰਬਾਣੀ ਹੈ। ਤੇ ਸਾਰੰਗ ਰਾਗ ਵਿੱਚ ਸਿੰਘ ਗਾਉਣ ਲੱਗੇ ਕਬਿੱਤਾ। ਇਹ ਸਾਰੰਗ ਰਾਗ 31 ਰਾਗਾਂ ਵਿੱਚ ਦਰਜ ਹੈ। 31 ਰਾਗ ਗੁਰੂ ਗ੍ਰੰਥ ਸਾਹਿਬ ਦੇ ਸਿਰੀ ਰਾਗ ਮਾਜ, ਗੌੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਠ, ਧਨਾਸਰੀ, ਜੈਸਰੀ, ਟੋਡੀ, ਬੈਰਾੜੀ, ਤਿਲੰਗ, ਸੂਈ, ਬਿਲਾਵਲ, ਗੋਂਡ, ਰਾਮਕਲੀ, ਨਟ, ਨਾਰਾਇਣ, ਮਾਲੀ, ਗੌੜਾ, ਮਾਰੂ, ਤੁਖਾਰੀ, ਕਿਦਾਰਾ, ਭੈਰੋ, ਬਸੰਤ, ਸਾਰੰਗ, ਮਲਾਰ, ਕਾਂਡਾ, ਕਲਿਆਣ, ਪ੍ਰਭਾਤੀ, ਜੈਜਾਵੰਤੀ। ਸਰਵਣ ਕਰਨ ਦਾ ਯਤਨ ਕਰਨਾ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੁੱਲਾ, ਨਵਾਬ, ਜਮਾਤ, ਤਮਾਸ਼ਾ ਵੇਖਣ ਵਾਲੇ ਮਸਜਿਦ ਵੱਲ ਨੂੰ ਤੁਰੇ ਜਾ ਰਹੇ ਨੇ। ਕੋਈ ਸਹੇਲੀ ਜਾ ਕੇ ਭੈਣ ਨਾਨਕੀ ਦੇ ਕੰਨ ਵਿੱਚ ਕੀ ਕਹਿ ਰਹੀ ਹੈ, ਆਓ ਜ਼ਰਾ ਸਰਵਣ ਕਰੀਏ।
गई तमाशा वेखू लगे बदे हो रिया मैं लगे बदे हो रिया मैं लगे बदे हो रिया मैं खास गई तमाशा वेखू हिंदुआं ते मोमना ने हो हिंदुआं ते मोमना ने पिछाया न मल्लिया हिंदुआं ते मोमना ने पिछाया न मल्लिया बेबे नानकी नू जाए बेबे नानकी नू जाए आखिया सहेलियां ने बेबे नानकी नु जाए बेबे नानकी नु जाए आखिया सहेलियां ने भैन तेरा वीर हो भैने तेरा वीर हो मुसलमान चलिया भैने तेरा वीर हो मुसलमान चलिया विचों डोल गए ने शीतल दी एक ना सिदक एक ना सिदक बेबे नानकी दा सारियां दे दिल विचों डोल गए ने शीतल दी सारियां दे दिल विचों सारियां दे दिल विचों सारियां दे दिल विचों डोल गए ने शीतल दी एक ना सिदक बेबे हो एक ना सिदक बेबे नानकी दा हल्लिया ਮੁੱਲਾਂ
ਗੱਲਾਂ ਤੇ ਨਵਾਬ ਉੱਠ ਤੁਰੇ ਨੇ ਮਸੀਤ ਵੱਲੇ, ਨਾਨਕ ਨਿਰੰਕਾਰੀ ਤੀਜਾ ਨਾਲ ਉਹਨਾਂ ਰਲਿਆ, ਲੱਗੇ ਬੱਦੇ ਹੋਰ ਆਮ ਖਾਸ ਕਈ ਤਮਾਸ਼ਾ ਵੇਖੂ, ਹਿੰਦੂਆਂ ਤੇ ਮੋਮਣਾ ਨੇ ਪਿਛਾਣ ਮੱਲਿਆ। ਬੇਬੇ ਨਾਨਕੀ ਨੂੰ ਜਾਏ ਆਖਿਆ ਸਹੇਲੀਆਂ ਨੇ, ਪਤਾ ਕੀ ਆਖਿਆ? ਭੈਣੇ ਤੇਰਾ ਵੀਰ ਹੋ ਮੁਸਲਮਾਨ ਚੱਲਿਆ। ਕਹਿੰਦੇ ਨਾਨਕੀ ਤੂੰ ਤੇ ਆਪਣੇ ਵੀਰ ਨੂੰ ਰੱਬ ਰੱਬ ਕਰਦੀ ਸਾਂ, ਤੇ ਅੱਜ ਤੇਰਾ ਰੱਬ ਇੱਕੇ ਫਿਰਕੇ ਦਾ ਹੀ ਹੋ ਚੱਲਿਆ, ਉਹ ਮੁਸਲਮਾਨਾਂ ਦਾ ਹੋ ਚੱਲਿਆ। ਮਸਜਿਦ ਵੀ ਚਲਾ ਗਿਆ ਏ, ਨਾਲ ਜਮਾਤ ਚਲੀ ਗਈ ਹੈ, ਮੌਲਵੀ ਚਲਾ ਗਿਆ ਏ, ਨਵਾਬ ਦੌਲਤ ਖਾਨ ਵੀ ਜਾ ਚੁੱਕਾ ਏ। ਅੱਜ ਤੇਰਾ ਭਾਈ ਮਸਜਿਦ ਵਿੱਚ ਜਾ ਕੇ ਨਮਾਜ਼ ਅਦਾ ਕਰਕੇ ਮੁਸਲਮਾਨ ਬਣ ਜਾਵੇਗਾ। ਤੇ ਬਾਪੂ ਸੀਤਲ ਸਾਹਿਬ ਦੀ ਆਖਰੀ ਪੰਕਤੀ ਵਿੱਚ ਲਿਖਦੇ ਨੇ, ਕਹਿੰਦੇ ਸਾਰਿਆਂ ਦੇ ਦਿਲ ਵਿੱਚੋਂ ਡੋਲ ਗਏ ਨੇ ਸੀਤਲ ਜੀ, ਸਾਰੇ ਡੋਲ ਗਏ ਸਨ। ਇੱਕ ਨਾ ਸਿਦਕ ਬੇਬੇ ਨਾਨਕੀ ਦਾ ਹੱਲਿਆ। ਇਹਨਾਂ ਟੁੱਟ ਵਿਸ਼ਵਾਸ ਉਸ ਬੇਬੇ ਨਾਨਕੀ ਨੂੰ ਆਪਣੇ ਵੀਰ ਦੇ ਉੱਤੇ। ਬੇਬੇ ਨਾਨਕੀ ਨੇ ਆਖਿਆ ਭਲਿਓ ਮਾਨਸੋ, ਤੁਸੀਂ ਤੇ ਪਹਿਲਾਂ ਵੀ ਕਹਿੰਦੇ ਸੀ ਨਾਨਕੀ ਤੇਰਾ ਵੀਰ ਵੇਈ ਵਿੱਚ ਡੁੱਬ ਕੇ ਮਰ ਗਿਆ, ਤੇ ਮੈਂ ਤੁਹਾਨੂੰ ਉਦੋਂ ਵੀ ਇਹੋ ਜਵਾਬ ਦਿੱਤਾ ਸੀ ਰੱਬ ਕਦੀ ਡੁੱਬਦਾ ਨਹੀਂ, ਉਹ ਤੇ ਡੁੱਬਿਆਂ ਦੇ ਬੇੜੇ ਪਾਰ ਲਾਉਂਦਾ, ਰੱਬ ਡੁੱਬਦਾ ਨਹੀਂ। ਮੈਂ ਅੱਜ ਵੀ ਆਖਦੀ ਮੇਰਾ ਵੀਰ ਮੁਸਲਮਾਨ ਹੋ ਨਹੀਂ ਗਿਆ। ਜਿਹੜੇ ਲੋਕ ਮੁਸਲਮਾਨ ਹੋ ਕੇ ਕੁਰਾਹੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ ਦੇ ਪਾਉਣ ਲਈ ਗਿਆ ਹੋਵੇਗਾ। ਭਰੋਸਾ ਹੋਵੇ, ਵਿਸ਼ਵਾਸ ਹੋਵੇ ਤੇ ਬੇਬੇ ਨਾਨਕੀ ਵਰਗਾ। ਅੱਜ ਸਾਡੇ ਵਰਗਾ ਨਹੀਂ, ਗੁਸਤਾਖੀ ਮਾਫ, ਸਾਡੇ ਵਰਗਾ ਵਿਸ਼ਵਾਸ ਨਹੀਂ। ਅੱਜ ਗੁਰੂ ਦੇ ਨਾਲ ਅਸੀਂ ਠੇਕਾ ਮਾਰਦੇ, ਠੇਕਾ ਪਤਾ ਕਿੰਨਾ? ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭਾਈ ਜੀ ਤੋਂ ਅਰਦਾਸ ਕਰਾਉਣੇ ਵੀ ਭਾਈ ਜੀ ਅਰਦਾਸ ਕਰੋ ਵੀ ਜੇ, ਪਹਿਲੀ ਤਾਂ ਗੱਲ ਸਾਨੂੰ ਸ਼ਰਧਾ ਹੀ ਨਹੀਂ ਵੀ ਪੂਰੀ ਕਰ ਸਕਦਾ ਹੈ ਗੁਰੂ, ਪਹਿਲੀ ਗੱਲ ਭਰੋਸਾ ਹੀ ਕੋਈ ਨਹੀਂ ਵੀ ਜੇ ਸਤਿਗੁਰੂ ਨੇ ਕਿਰਪਾ ਕੀਤੀ ਮੇਰਾ ਪੁੱਤਰ ਜਾਂ ਧੀ ਮੇਰੀ ਆਈਲੈਟਸ ਕਰਕੇ 7 ਬੈਂਡ ਲੈ ਕੇ ਕੈਨੇਡਾ ਚਲੀ ਗਈ ਜਾਂ ਚਲਾ ਗਿਆ, ਤੇ ਫਿਰ ਮੈਂ ਤੇਰੇ ਖੰਡ ਪਾਠ ਕਰਾਵਾਂਗਾ, ਵਰਨਾ ਨਹੀਂ। ਜੇ ਚਲੀ ਗਈ ਜਾਂ ਚਲਿਆ ਗਿਆ ਫਿਰ ਕਰਾਵਾਂਗਾ, ਨਹੀਂ ਤੇ ਬਾਬਾ ਜੀ ਤੁਸੀਂ ਆਪਣੇ ਘਰੇ, ਅਸੀਂ ਆਪਣੇ ਘਰੇ। ਜੇ ਸਤਿਗੁਰੂ ਮੇਰਾ ਪੁੱਤਰ ਭਰਤੀ ਹੋ ਗਿਆ, ਪੁੱਤਰ ਨੂੰ ਨੌਕਰੀ ਮਿਲ ਗਈ, ਕਾਰੋਬਾਰ ਵਿੱਚ ਵਾਧਾ ਹੋ ਗਿਆ, ਜੇ ਹੋ ਗਿਆ, ਯਕੀਨ ਨਹੀਂ ਵੀ ਕਰ ਸਕਦਾ ਜਿਹੜਾ ਰੱਬ ਬਿਨਾ ਲੱਤਾਂ ਕੰਨਾਂ ਤੋਂ ਆਸਮਾਨ ਖਿਲਾਰ ਕੇ ਬੈਠਾ, ਬਿਨਾ ਲੱਤਾਂ ਤੋਂ ਧਰਤੀ ਜਿਹਨੇ ਖਿਲਾਰੀ ਹੋਈ, ਉਹ ਤੇ ਯਕੀਨ ਹੀ ਨਹੀਂ ਪਿਆ ਨਿੱਕੇ ਮੋਟੇ ਕੰਮ ਵੀ ਸਾਡੇ ਉਹ ਕਰ ਸਕਦਾ। ਯਕੀਨ ਨਹੀਂ, ਭਰੋਸਾ ਨਹੀਂ ਵੀ ਜੇ ਮੇਰਾ ਪੁੱਤਰ ਭਰਤੀ ਹੋ ਜਾਵੇ ਫਿਰ ਮੈਂ ਸਤਿਗੁਰੂ ਤੇਰੇ ਦਰਬਾਰ ਤੇ ਇੰਨੇ ਬਰਤਨਾਂ ਦੀ ਸੇਵਾ ਕਰਾਵਾਂਗਾ, ਨਹੀਂ ਤੇ ਦਾਤਾ ਜੀ ਤੁਸੀਂ ਆਪਣੇ ਘਰੇ, ਅਸੀਂ ਆਪਣੇ ਘਰੇ। ਤੇ ਬਹੁਤੇ ਅਸੀਂ ਰਹਿ ਇੱਥੋਂ ਤੱਕ ਹੀ ਗਏ ਜੇ। ਮਾਫ ਕਰਿਓ, ਕੜਵਾ ਸੱਚ ਹੈ, ਕਾਲੀ ਮਿਰਚ ਕੌੜੀ ਹੁੰਦੀ ਆ ਨਾ, ਹੁੰਦੀ ਬੜੀ ਲਾਹੇਵੰਦ ਜੀ। ਇੱਕ ਵਾਰ ਸਾੜ ਜਾ ਦੇ ਪਾਉਂਦੀ ਅੰਦਰ ਜਾਣ ਲੱਗਿਆ, ਪਰ ਕਈ ਰੋਗ ਕੱਟਦੀ ਹੈ। ਸੱਚ ਹੁੰਦਾ ਕੌੜਾ ਹੀ ਹੈ, ਮਿੱਠੇ ਤੋਂ ਤੇ ਬੰਦੇ ਨੂੰ ਸ਼ੂਗਰ ਵੀ ਹੋ ਜਾਂਦੀ ਹੈ। ਸੱਚ ਹੁੰਦਾ ਕੌੜਾ ਪਰ ਕਈ ਰੋਗ ਕੱਟ ਦਿੰਦਾ ਜੀ। ਅੱਜ ਸਾਡੀ ਕੌਮ ਗੁਸਤਾਖੀ ਮਾਫ ਰਹਿ ਪਤਾ ਕਿੱਥੋਂ ਤੱਕ ਗਈ? ਕੇਵਲ ਲੰਗਰਾਂ ਤੱਕ। ਲੰਗਰ ਉਹ ਨਹੀਂ ਸੀ ਜਿਹੜਾ ਬਾਬੇ ਨਾਨਕ ਚਲਾਇਆ, ਉੱਥੋਂ ਤੱਕ ਰਹਿ ਤੇ ਬਹੁਤ ਵਧੀਆ ਹੈ। ਮੈਂ ਉਸ ਲੰਗਰ ਤੇ ਟਿੱਪਣੀ ਨਹੀਂ, ਲਾਈਵ ਜਾ ਰਿਹਾ, ਕੋਈ ਵੀ ਕੱਟ ਕੇ ਪਾ ਸਕਦਾ ਕੱਲ ਨੂੰ ਇੰਨੀ ਸਟੇਟਮੈਂਟ। ਮੈਂ ਬੇਨਤੀ ਕਰਾਂ ਉਹ ਲੰਗਰ ਨਹੀਂ ਜੋ ਬਾਬੇ ਨਾਨਕ ਲਾਇਆ, ਉੱਤੇ ਨਹੀਂ ਉਂਗਲ। ਲੰਗਰ ਵੀ ਕਿਹੜੇ ਲੱਗ ਗਏ? ਜਿਸ ਧਰਤੀ ਦੀ ਮੈਂ ਗੱਲ ਕਰ ਰਿਹਾ ਸੁਲਤਾਨਪੁਰ ਲੋਧੀ ਧਰਤੀ ਦੇ, ਉੱਥੇ ਪੀਜ਼ਾ ਵਰਤ ਰਿਹਾ, 버ਗਰ ਵਰਤ ਰਿਹਾ। ਮਾਫ ਕਰਿਓ, ਕੌੜਾ ਸੱਚ, ਫੇਰ ਮਾਫੀ ਮੰਗ ਲਵਾਂ। ਉਹ 버ਗਰ ਪੀਜ਼ਾ ਵਾਲੇ ਮਲਕ ਭਾਗੋ ਨਜ਼ਰ ਆਉਂਦੇ ਜੇ, ਭਾਈ ਲਾਲੋ ਕਿਤੇ ਨਹੀਂ ਜਦੀਦਾ। ਹਾਲਾਤ ਬਣ ਗਏ ਜੇ, ਸਮਝਿਓ ਜਾਂ ਨਾ ਸਮਝਿਓ, ਪਤਾ ਨਹੀਂ ਤੁਸੀਂ ਦੁਬਾਰਾ ਮੈਨੂੰ ਬੁਲਾਓ ਜਾਂ ਨਾ ਬੁਲਾਓ, ਪਰ ਮੇਰੀ ਆਦਤ ਜੀ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਦਾ ਢਾਡੀ ਆ, ਮੇਰਾ ਫਰਜ਼ ਹੈ ਵੀ ਕਹਿ ਜਾਵਾਂ। ਸ਼ਾਇਦ ਕਿਤੇ ਅੰਦਰ ਚੀਜ਼ ਪੈ ਗਈ ਤੇ ਸਿੱਧੇ ਰਸਤੇ ਆ ਜਾਈਏ। ਅਸੀਂ ਰਹਿ ਕੇਵਲ 버ਗਰਾਂ ਪੀਜ਼ਿਆਂ ਤੱਕ ਹੀ ਗਏ, ਸਾਨੂੰ ਇਹ ਨਹੀਂ ਪਤਾ ਵੀ ਬਾਬਾ ਨਾਨਕ ਜੀ ਉੱਥੇ ਕਿੰਨਾ ਚਿਰ ਰਹੇ ਤੇ ਸੁਲਤਾਨਪੁਰ ਲੋਧੀ ਧਰਤੀ ਦੇ ਕੀ ਕੀਤਾ। ਕਿਸੇ ਨੂੰ ਪੁੱਛ ਲਓ, ਉਹਨੇ ਕਹਿਣਾ ਜੀ ਉੱਥੇ 버ਗਰ ਬੜੇ ਵਰਤ ਰਹੇ ਸੀ, ਉੱਥੇ VIP ਲੰਗਰ ਵੀ ਚੱਲ ਰਿਹਾ ਸੀ। ਆ ਹੋਲਾ ਮਹੱਲਾ ਆਉਣ ਵਾਲਾ ਨਾ, ਕਿਸੇ ਨੂੰ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੈ। ਜਾਣਾ ਸਾਰਿਆਂ ਹੀ ਆ, ਟਰਾਲੀਆਂ ਲੈ ਕੇ, ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੈਕ ਲਵਾ ਕੇ, ਡਿਸ਼ਾਂ ਲਵਾ ਕੇ ਲੋਕੀ ਜਾਣ ਲੱਗ ਪਏ। ਹੱਦ ਹੋ ਗਈ ਗੁਰੂ ਕੀ ਸੰਗਤ, ਵੀ ਗੁਰੂ ਦਰਬਾਰ ਨੂੰ ਤੇ ਨੀਵੇਂ ਹੋ ਕੇ ਜਾਈਦਾ ਸੀ। ਲੋਕੀ ਕਹਿੰਦੇ ਸੀ ਭਗਤ ਧੰਨੇ ਦਾ ਰੱਬ ਖੂਹ ਆਉਂਦਾ, ਤੇ ਅੱਜ ਵੱਡਾ ਸਾਰਾ ਡੈਕ ਟਰੈਕਟਰ ਦੇ ਲਾ ਕੇ ਦੇ ਉੱਤੇ ਇਹ ਨਹੀਂ ਵੀ ਧਾਰਮਿਕ ਕੀਰਤਨ ਲੱਗਾ ਹੋਵੇ, ਉੱਥੇ ਗਾਣੇ ਲੱਗੇ ਹੁੰਦੇ ਨੇ। ਰੱਬ ਨੇ ਖੂਹ ਤੇ ਵੀ ਕੀ ਆਉਣਾ, ਉੱਤੇ ਪਰੇ ਪਰੇ ਲੰਘ ਜਾਂਦਾ ਵੀ ਤੂੰ ਕੱਲਾ ਹੀ ਲੱਗਾ ਰਹਿ, ਮੈਂ ਇੱਥੇ ਕੀ ਲੈਣਾ, ਮੇਰਾ ਤੇ ਕੰਮ ਹੀ ਕੋਈ ਨਹੀਂ ਇੱਥੇ। ਹੈ ਸੱਚ ਨਾ ਸਹਿਮਤ ਹੋ?
ਜੇ ਚ ਝੂਠ ਹੈ ਤੇ ਮੈਨੂੰ ਦੱਸੋ ਵੀ ਮੈਂ ਝੂਠ ਬੋਲ ਰਿਹਾ ਜਾਂ ਮੈਂ ਗਲਤ ਕਹਿ ਰਿਹਾ। ਹੋਲੇ ਮਹੱਲੇ ਦੇ ਜਾਣਾ ਸਾਰੇ ਹੀ ਹੈ, ਪਰ ਉੱਥੇ ਕਰਨਾ ਕੀ ਹੈ ਜਾ ਕੇ? ਬਸ ਇਹ ਵੇਖਣਾ ਵੀ ਉੱਥੇ ਲੰਗਰ ਕਿਹੜਾ ਲੱਗਾ, ਉਹਦੇ ਜਲੇਬੀਆਂ ਵਾਲਾ ਕਿਹੜਾ ਸੀ, ਉਹਦੇ ਪਕੌੜਿਆਂ ਵਾਲਾ ਕਿਹੜਾ ਸੀ, ਤੇ ਉੱਥੇ 버ਗਰ ਪੀਜ਼ਿਆਂ ਵਾਲਾ ਕਿਹੜਾ ਸੀ। ਹਜੂਰ ਸਾਹਿਬ ਚਲੇ ਜਾਈਏ ਤੇ ਜਦੋਂ ਕੋਈ ਦਰਸ਼ਨ ਕਰਕੇ ਆਵੇ ਨਾ ਤੇ ਪੁੱਛੀਏ ਵੀ ਭਾਈ ਜੀ ਗਏ ਹੋ ਹਜੂਰ ਸਾਹਿਬ, ਸੁਣਾਓ ਕੋਈ ਉੱਥੋਂ ਦੀ ਗੱਲਬਾਤ। ਉਹ ਆਂਦਾ ਗੱਲਬਾਤ ਨੂੰ ਛੱਡ, ਉੱਥੇ ਤੇ ਭੁੱਕੀ ਬੜੀ ਸਸਤੀ, ਉਹਦੇ ਭੁੱਕੀ ਬੜੀ ਸਸਤੀ ਮਿਲਦੀ। ਉੱਥੇ ਥਾਂ ਥਾਂ ਤੇ ਠੇਕੇ, ਕਿਤੇ ਪੰਜਾਬ ਸਰਕਾਰ ਸਾਨੂੰ ਵੀ ਆਗਿਆ ਦੇਵੇ ਅਸੀਂ ਵੀ ਫੀਮ ਲਈਏ, ਅਸੀਂ ਵੀ ਠੇਕੇ ਖੁੱਲ੍ਹੀਏ। ਤੇ ਇਹ ਨਹੀਂ ਕਹਿਣਾ ਵੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਵੇਖਿਆ, ਮਾਤਾ ਭਾਗ ਕੌਰ ਦਾ ਸਥਾਨ ਵੇਖਿਆ, ਜਿੱਥੇ ਦਸਮ ਪਾਤਸ਼ਾਹ ਨੇ ਸਰੀਰ ਛੱਡਿਆ ਉਹ ਜਗ੍ਹਾ ਦੇ ਵੀ ਦਰਸ਼ਨ ਕੀਤੇ, ਉਹ ਗੁਰੂ ਦਰਬਾਰ ਦੇ ਵੀ ਦਰਸ਼ਨ ਕੀਤੇ, ਤੇ ਸਤਿਗੁਰੂ ਉੱਥੇ ਉਪਦੇਸ਼ ਕੀ ਦੇ ਕੇ ਗਏ, ਅਸੀਂ ਉਹ ਵੀ ਪੜਿਆ ਤੇ ਮੰਨਿਆ। ਪਰ ਕੌਮ ਸਾਡੀ ਇੱਥੋਂ ਤੱਕ ਰਹਿ ਗਈ ਜੀ। ਇਹਨੂੰ ਵਿਚਾਰਨਾ ਪਵੇਗਾ, ਨਹੀਂ ਤੇ ਬੜੀ ਮਾਰ ਪਵੇਗੀ। ਅਸੀਂ ਗੁਰਮੁਖੀ ਨਾਲੋਂ ਵੀ ਟੁੱਟ ਗਏ, ਗੁਰਸਿੱਖੀ ਨਾਲੋਂ ਵੀ ਟੁੱਟ ਗਏ, ਅਸੀਂ ਜੂੜੇ ਨਾਲੋਂ ਵੀ ਟੁੱਟ ਗਏ ਤੇ ਊੜੇ ਨਾਲੋਂ ਵੀ ਟੁੱਟ ਗਏ। ਅਸੀਂ ਵੈਲ ਐਜੂਕੇਟਡ ਤੇ ਹੋ ਗਏ। ਸਾਡੇ ਕਨਵੈਂਟ ਸਕੂਲ, ਅਸੀਂ ਬੱਚਿਆਂ ਨੂੰ ਉੱਥੇ ਦਾਖਲ ਤੇ ਜ਼ਰੂਰ ਕਰਾਇਆ, ਪਰ ਨਾਲ ਉਹ ਕਨਵੈਂਟ ਸਕੂਲ ਵਾਲਿਆਂ ਇੱਕ ਸ਼ਰਤ ਰੱਖੀ ਹੈ ਭਾਈ ਵੀ ਜੇ ਬੱਚਾ ਹਿੰਦੀ ਬੋਲੇਗਾ ਤੇ ਤੁਹਾਡੇ ਬੱਚੇ ਨੂੰ ਲੈਣਾ ਨਹੀਂ ਤੇ ਨਹੀਂ, ਜੇ ਪੰਜਾਬੀ ਬੋਲੇਗਾ 500 ਰੁਪਇਆ ਜੁਰਮਾਨਾ, ਈਵਨ ਦੈਨ ਉਹਦਾ ਨਾਂ ਵੀ ਕੱਢ ਦਿੱਤਾ ਜਾਵੇਗਾ। ਤੇ ਅਸੀਂ ਧੜਾ ਧੜ ਲੈਣਾ ਹੀ ਉਹਨੂੰ ਲਾਈਆਂ ਵੀ ਸਾਡਾ ਬੱਚਾ ਪੜ ਜਾਵੇ। ਧਰਮ ਤੋਂ ਅਸੀਂ ਕੀ ਲੈਣਾ, ਧਰਮ ਦੇ ਹੈਗੇ ਨੇ, ਪ੍ਰਚਾਰਕ ਬੋਲੀ ਜਾਂਦੇ ਨੇ, ਸਾਨੂੰ ਕੀ ਲੋੜ ਹੈ ਧਰਮ ਤੋਂ। ਤੁਹਾਨੂੰ ਉਲਾਮਾ ਨਹੀਂ, ਤੁਸੀਂ ਤੇ ਗੁਰੂ ਕੀ ਸੰਗਤ ਗੁਰੂ ਦਰਬਾਰ ਵਿੱਚ ਜੁੜਦੇ ਹੋ, ਪਰ ਇਹ ਦੁਨੀਆ ਇਹੀ ਜੀ ਹੋ ਚੁੱਕੀ ਹੈ, ਬਸ ਕੇਵਲ ਸਵਾਰਥ ਵਾਸਤੇ ਗੁਰੂ ਨੂੰ ਵਰਤਿਆ ਜਾ ਰਿਹਾ, ਕੇਵਲ ਸਵਾਰਥ ਵਾਸਤੇ। ਜਿਸ ਗੁਰੂ ਬਾਬੇ ਨੇ ਸ਼ਬਦ ਦੀ ਸਾਨੂੰ ਉਦਾਹਰਨ ਦਿੱਤੀ ਸੀ, ਉਹ ਸ਼ਬਦ ਨਾਲੋਂ ਟੁੱਟ ਗਏ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ, ਇਹ ਬੜਾ ਲੰਮਾ ਵਹਿਣ, ਜਿੰਨਾ ਚਿਰ ਮਰਜੀ ਵਹਿੰਦੇ ਜਾਓ, ਇਹ ਮੁੱਕਣ ਵਾਲਾ ਨਹੀਂ। एक चाक हो तू सीलू हमदम गरीबा अपना, जालम ने फाड़ डाला है तार तार करके। घूवे दे बंदा आके इत्थे ते लीरां लीरां होया पिया। गुरु नानक पातशाह दी भैन बेबे नानकी ने आख्या, अजकल ते सत्कार ते शब्द भी खत्म हो गए। असी चाची नूं भी आंटी, मासी नूं भी आंटी, ताई नूं भी आंटी, मामी नूं भी आंटी, चाचे ताए मामे नूं भी अंकल, सारिआं नूं इक्के रस्से लंघा दिता। कदे वो शब्द सन जदों बेबे कहा जांदा सी, अपने तो वड्डी नूं बेबे कहा जांदा सी, हुण वो शब्द नहीं रह घरां विच। सभ्याचार साडा खत्म हो गया। ये सभ्याचार नहीं भी डीजे ला के ते नच भुड़क लो, ये साडा सभ्याचार नहीं। सभ्याचार की सी उस दे नालों असीं टुट गए। समा मेरा तेजी नाल जा रहा ते तुहाडे सारिआं नालों दूर असीं जाना है। सवेरे भी दीवान सी, हुण कल फिर दोवां दीवानां दी हाज़री भरनी है। मैं समय दे विच रह के थोड़ा जिहा जल्दी इस विषय नूं क्लोज करां। गुरु नानक पातशाह मस्जिद विच पहुंच गए। नवाब दौलत खान ने आख्या, तुहानूं नानक जी हुण मुल्ला दसेगा भी नमाज अदा करनी किवें है। दिल दी अख नूं लै चलीए, जिथे अजकल गुरुद्वारा अंतरयामता साहिब है, जे तुसां उहदे दर्शन कीते सुल्तानपुर लोधी धरती दे, उस जगह ते दिल दी अख नूं लै चलो, तन करके इत्थे बैठो, मन करके दर्शन करो। नवाब खलोता है, मुल्ला दस रहा गुरु नानक पातशाह नूं नमाज अदा होनी किवें है, की उत्थे घटना वापर रही है। ढाडी कला दी वणगी कली तुहाडे सामने बयान की जा रही है। गुरु नानक पातशाह खलोते हुए उस जगह के उत्ते जिथे नमाज अदा होण लगी है, ते घटना किहड़ी वापर रही है, आओ जरा तुसीं भी गौर करो।
ਖਲੋ ਗਏ ਸਤਿਗੁਰ ਆਕੇ ਦੋਵੇਂ ਪੜਨ ਨਮਾਜ਼ ਦੋਵੇਂ ਪੜਨ ਨਮਾਜ਼ ਲੱਗ ਪਏ ਮੁੱਲਾ ਦੌਲਤ ਖਾਨ ਨਾਲੇ ਭੌਂ ਵੇਖਣ ਪਿਛਾਂ ਨੂੰ ਅੱਖ